ਸਤ ਗੁਰ ਭੇਟਿਆ ਜਿਨ ਕੋ ਸਤ ਗੁਰ ਭੇਟਿਆ ਸੇ ਹਰ ਕੀਰਤੇ ਸਦਾ ਕਮਾਏ ਜਿਨ ਕਾ ਸਤ ਗੁਰ ਭੇਟਿਆ ਸੇ ਹਰ ਕੀਰਤੇ ਸਦਾ ਕਮਾਏ ਕੋ ਸਤ ਗੁਰ ਭੇਟਿਆ ਸੇ ਹਰ ਕੀਰਤੇ ਸਦਾ ਕਮਾਏ ਹੇ ਜਿਨ ਕੋ ਸਤ ਗੁਰ ਭੇਟਿਆ ਸੇ ਹਰੇ ਕੀਰਤੇ ਸਦਾ ਕਮਾਏ ਅਚਿੰਤ ਹਰਿ ਨਾਮ ਤਿਨ ਕੈ ਮਨ ਵਸਿਆ ਅਚਿੰਤ ਹਰਿ ਨਾਮ ਤਿਨ ਕੈ ਮਨ ਵਸਿਆ ਅਚਿੰਤ ਹਰਿ ਨਾਮ ਤਿਨ ਕੈ ਮਨ ਵਸਿਆ ਸੱਚਾ ਸ਼ਬਦ ਕਮਾਏ ਕੁਲ ਉਧਾਰੇ ਆਪਣਾ ਕੁਲ ਉਧਾਰੇ ਆਪਣਾ ਕੁਲ ਉਧਾਰੇ ਆਪਣਾ ਮੋਖ ਪਦਵੀ ਆਪੇ ਪਾਵੇ ਕੁਲ ਉਧਾਰੇ ਆਪਣਾ ਮੋਖ ਪਦਵੀ ਆਪੇ ਪਾਵੇ ਪਾਰ ਬ੍ਰਹਮ ਤੈਨ ਕੋ ਸੰਤੁਸ਼ਟ ਭਇਆ ਪਾਰ ਕੋ ਸੰਤੁਸ਼ਟ ਭਇਆ ਪਾਰ ਬ੍ਰਹਮ ਤੈਨ ਕੋ ਸੰਤੁਸ਼ਟ ਭਇਆ ਜੋ ਗੋਰ ਚਰਨੀ ਜਨ ਪਾਏ ਇਹ ਪਾਰ ਬ੍ਰਹਮ ਤੈਨ ਕੋ ਸੰਤੁਸ਼ਟ ਭਇਆ ਜੋ ਗੋਰ ਚਰਨੀ ਜਨ ਪਾਏ ਜਨ ਨਾਨਕ ਹਰਿ ਕਾ ਦਾਸ ਹੈ ਜਨ ਨਾਨਕ ਹਰਿ ਕਾ ਦਾਸ ਹਰਿ ਕਾ ਦਾਸ ਹੈ ਹਰਿ ਕਾ ਦਾਸ ਹੈ ਜਨ ਨਾਨਕ ਹਰਿ ਕਾ ਦਾਸ ਹੈ ਕਰ ਕਿਰਪਾ ਹਰ ਲਾਜ ਰਖਾਏ ਜਨ ਨਾਨਕ ਹਰਿ ਕਾ ਦਾਸ ਹੈ ਕਰ ਕਿਰਪਾ ਹਰ ਲਾਜ ਰਖਾਏ ਇਹ ਹੈ ਸ਼ਲੋਕ ਮਹੱਲਾ ਤੀਜਾ ਪੰਨਾ 592 ਸ਼ਲੋਕ ਇੰਡੀਪੈਂਡੈਂਟ ਹੁੰਦਾ ਹੈ ਸ਼ਬਦ ਦਾ ਰਹਾਉ ਹੁੰਦਾ ਹੈ ਪੌੜੀ ਹੋਰ ਤਰ੍ਹਾਂ ਦੀ ਬਣਤਰ ਆ ਉਹਦੀ ਇਸ ਕਰਕੇ ਸਾਰੇ ਛੰਦ ਹੋਰ ਤਰ੍ਹਾਂ ਕਈ ਕਿਸਮ ਦਾ ਸਾਰਾ ਰਾਗਾਂ ਗੀਤਾਂ ਦਾ ਉਹ ਸਾਨੂੰ ਲੋਰੀਆਂ ਦੇ ਦੇ ਕੇ ਨਾਮ ਜਪਾਇਆ ਹੈ ਵੀ ਗਾਓ ਸਾਰੇ ਚੀਜ਼ ਸਮਝੋ ਦੇਖੋ ਇੰਨੇ ਆ ਸ਼ਬਦ ਜੋ ਸ਼ਲੋਕ ਮਹੱਲੇ ਤੀਜੇ ਦਾ ਹੈ ਸ਼ਲੋਕ ਇੰਡੀਪੈਂਡੈਂਟ ਹੁੰਦਾ ਹੈ ਬਹੁਤ ਘੱਟ ਚ ਰਹਾਉ ਹੁੰਦਾ ਇੱਕ ਦੋ ਥਾਂ ਸ਼ਲੋਕਾਂ 'ਚ ਵੀ ਰਹਾਉ ਆਇਆ ਹੈ ਲੇਕਿਨ ਆਮ ਸ਼ਲੋਕ ਜਿਹੜੇ ਹੈ ਐਸਾ ਗਿਆਨ ਸੀ ਜਿਹੜਾ ਉੱਤੋਂ ਕਦੀ ਕਦੀ ਕੋਈ ਡਿਫਰੈਂਟ ਵਿਸ਼ਿਆਂ 'ਤੇ ਆਉਂਦਾ ਸੀ ਔਰ ਉਹ ਮਹਾਰਾਜ ਲਿਖਦੇ ਜਾਂਦੇ ਸੀ
ਇਹ ਸ਼ਲੋਕ ਪਹਿਲਾਂ ਢਾਡੀ ਆਪਣੀ ਵਾਰ ਦੇ ਨਾਲ ਪਹਿਲਾਂ ਸ਼ਲੋਕ ਚੱਕਦੇ ਸੀ ਔਰ ਉੱਥੋਂ ਬਾਅਦ ਫਿਰ ਵਾਰ ਦੀ ਘੁੰਮਣ ਢੱਡ ਸਰੰਗੀਆਂ ਤੇ ਪਾਉਂਦੇ ਸੀ। ਇਸ ਕਰਕੇ ਸ਼ਲੋਕ ਨਾਂ ਤਾਲ ਨਾਲ ਆਏ ਹੈ ਵੀ ਜਿਸ ਭਾਵ ਅਰਥ ਦੀ ਪੌੜੀ ਹੋਏਗੀ ਉਹਦੇ ਨਾਲ ਸ਼ਲੋਕਾਂ ਦਾ ਭਾਵ ਅਰਥ ਵੀ ਉਹੀ ਹੋਏਗਾ। ਸ਼ਲੋਕਾਂ ਦਾ ਭਾਵ ਸਾਰੀਆਂ ਲਾਈਨਾਂ 'ਚ ਲੇਥੂ ਪੇਥੂ ਹੁੰਦਾ ਹੈ, ਉਹਨੂੰ ਆਪ ਲੱਭਣਾ ਪੈਂਦਾ ਹੈ ਵੀ ਇਹ ਸਾਰੇ ਸ਼ਲੋਕ ਦਾ ਮਤਲਬ ਕੀ ਹੈ। ਜਿਹੜੇ ਸ਼ਲੋਕ ਰਹਿ ਗਏ ਉਹ ਵਾਰਾਂ ਤੇ ਵਧੀਕ ਸ਼ਲੋਕ 'ਚ ਪਿੱਛੇ ਅਲੱਗਾ ਪੋਥੀ ਬਣਾਤੀ ਔਰ ਉਹਦਾ ਨਾਂ ਰੱਖ ਦਿੱਤਾ ਵਾਰਾਂ ਤੇ ਵਧੀਕ ਸ਼ਲੋਕ, ਜਿਹੜੇ ਪਿੱਛੇ ਜਾ ਕੇ ਆਉਂਦੇ ਹੈ। ਇਹ ਐਸਾ ਗਿਆਨ ਹੈ ਜਿਹੜਾ ਕਿ ਜਿਸ ਤਰ੍ਹਾਂ ਸਾਨੂੰ ਕਦੀ ਕੋਈ ਖਿਆਲ ਆਇਆ ਤੇ ਅਸੀਂ ਜੇਬ 'ਚ ਨੋਟਬੁੱਕ ਰੱਖਦੇ ਹਾਂ ਤੇ ਉਹ ਨੋਟ ਕਰੀ ਜਾਂਦੇ ਹਾਂ। ਇਸ ਤਰ੍ਹਾਂ ਉੱਤੋਂ ਜੋ ਮਹਾਰਾਜਾਂ ਨੂੰ ਇਹਨਾਂ ਨੂੰ ਭਗਤਾਂ ਨੇ ਸਾਰਿਆਂ ਨੂੰ ਉਹਨਾਂ ਨੇ ਸ਼ਲੋਕ ਵੀ ਲਿਖੇ। ਗਿਆਨ ਸਾਂਭਣ ਵਾਲਾ ਹੁੰਦਾ ਸੀ। ਇਸ ਕਰਕੇ ਜਿਹੜੇ ਸਿੱਖਾਂ ਜਿਹੜੇ ਲਿਖਾਰੀ ਸੀ ਜਾਂ ਗੁਰੂ ਪਦਵੀਆਂ ਦੇ ਅੰਡਰ ਜਿਹੜਾ ਕੰਮ ਹੋਇਆ ਕੋਈ ਕਹਿ ਨਹੀਂ ਸਕਦਾ ਵੀ ਕਿੱਦਾਂ ਐਡਾ ਵੱਡਾ ਗਿਆਨ ਲਿਖਿਆ ਗਿਆ, ਕਿਹਨ ਲਿਖਾਇਆ, ਕੀ ਚੀਜ਼। ਐਂ ਲੱਗਦਾ ਜਿੱਦਾਂ ਮਹਾਰਾਜ ਦੇ ਨਾਲ ਕੋਈ ਪੂਰਾ ਜੁੱਟ ਹੁੰਦਾ ਸੀ, ਪੂਰੇ ਕੈਂਪ ਲੱਗਦੇ, ਪੂਰੇ ਨਾਲ ਸਾਥੀ ਹੁੰਦੇ ਸੀ ਵੀ ਜੂੰ ਜੂੰ ਉਸ ਪਦਵੀ ਨੂੰ ਗੁਰੂ ਪਦਵੀ ਨੂੰ ਗਿਆਨ ਆਉਂਦਾ ਸੀ ਉਹ ਲਿਖਣ ਲਈ ਤਿਆਰ ਹੁੰਦੇ ਸੀ ਸਾਰੇ। ਔਰ ਸੋਧ ਸਦਾਈ ਸਾਰਾ ਗੁਰੂ ਮਹਾਰਾਜ ਆਪ ਆਪਣੀ ਹਾਜ਼ਰੀ 'ਚ ਕਰਦੇ ਸੀ। ਇਸ ਕਰਕੇ ਇਹ ਸ਼ਲੋਕ ਦਾ ਗਿਆਨ ਡਿਫਰੈਂਟ ਵਿਸ਼ਿਆਂ 'ਤੇ ਹੋਏਗਾ। ਅੱਜ ਅਸੀਂ ਉਹ ਸ਼ਲੋਕ ਮਹੱਲਾ ਤੀਜਾ ਲੈਂਦੇ ਹਾਂ ਔਰ ਉਹਦੇ 'ਚ ਭੇਟਣ ਦਾ ਲਫ਼ਜ਼ ਆ ਰਿਹਾ ਹੈ, ਜਿਨ ਕਉ ਸਤਿ ਗੁਰ ਭੇਟਿਆ ਸੇ ਹਰੇ ਕੀਰਤਿ ਸਦਾ ਤੁਮਾਰੇ। ਅਚਿੰਤ ਹਰਿ ਨਾਮ ਤਿਨ ਕੈ ਮਨ ਵਸਿਆ, ਅਚਿੰਤ ਹਰਿ ਨਾਮ ਤਿਨ ਕੈ ਮਨ ਵਸਿਆ, ਅਚਿੰਤ ਹਰਿ ਨਾਮ ਤਿਨ ਕੈ ਮਨ ਵਸਿਆ, ਸੱਚਾ ਸ਼ਬਦ ਤੁਮਾਰੇ। ਆ ਦੋ ਤੁਕਾਂ ਦੂਸਰੀ ਤੁਕ ਦੀ ਅਚਿੰਤ ਹਰੇ ਨਾਮ ਤਿਨ ਕੇ ਮਨੇ ਵਸਿਆ ਤਾਂ ਵਰਤਣੀ ਹੈ ਜੇ ਤੇਰੀ ਕਮਾਈ ਦੇ ਨਾਮ ਦੀ ਹੋ ਜਾਏਗੀ। ਪਹਿਲੀ ਤੁਕ ਨਾਲ ਰਿਲੇਟਡ ਹੈ। ਪਹਿਲੀ ਤੁਕ ਦੀ ਜਦੋਂ ਕਮਾਈ ਹੋ ਗਈ ਫਿਰ ਅਚਿੰਤੀ ਕਿਸੇ ਵੇਲੇ ਤੇਰੇ ਨਾਮ ਆ ਵਸਣਾ ਹੈ। ਇਹ ਐਸਾ ਟਾਈਮ ਹੈ, ਕਦੋਂ ਮਿਹਰ ਹੋਣੀ ਹੈ, ਕਿਸ ਤਰ੍ਹਾਂ ਮਿਹਰ ਹੋਣੀ ਹੈ, ਕਿੰਨੀ ਕੁ ਮਿਹਰ ਹੋਣੀ ਹੈ ਔਰ ਕਦੋਂ ਮਿਹਰ ਹੋਣੀ ਹੈ, ਇਹ ਉਹਦੇ ਹੱਥ 'ਚ ਹੈ। ਅਚਿੰਤੀ ਹਰ ਇੱਕ ਚੀਜ਼ ਹੋ ਜਾਂਦੀ ਹੈ। ਇਹਦੇ ਵਿੱਚ ਇਕੁਏਸ਼ਨਾਂ ਪਈਆਂ ਹੈ। ਅਸੀਂ ਇਹ ਤਾਂ ਗਿਆਨ ਦੀ ਸਾਂਝ ਕਰ ਰਹੇ ਹਾਂ ਵੀ ਜੇ ਕੋਈ ਬਾਣੀ 'ਚੋਂ ਲੱਭਣਾ ਹੈ ਖੋਜ ਕਰਕੇ ਤੇ ਬਾਣੀ ਨੂੰ ਬਾਣੀ ਨਾ ਖੋਲੋ। ਬਾਣੀ ਦੇ ਸ਼ਬਦ ਜਿੱਥੇ ਸਮਝ ਨਹੀਂ ਆਉਂਦੀ ਉਹ ਸਾਡਾ ਕਸੂਰ ਹੈ, ਲੇਕਿਨ ਬਾਣੀ ਦੋ ਗੱਲਾਂ ਨਹੀਂ ਕਹੇਗੀ। ਜਿੱਥੇ ਇੱਕ ਥਾਂ ਇੱਕ ਚੀਜ਼ ਲਿਖ ਦਿੱਤੀ ਵੀ ਕੀਰਤ ਆਹ ਹੈ, ਉਹ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਕੀਰਤ ਉਹਦਾ ਮਹਿਨਾ ਉਹ ਹੋਏਗਾ। ਇਸ ਕਰਕੇ ਇਕੁਏਸ਼ਨਾਂ ਪਈਆਂ। ਮੈਥਮੈਟਿਕਸ ਸਭ ਤੋਂ ਵੱਡੀ ਕਾਢ ਇਕੁਏਸ਼ਨ ਹੈ। ਇਹਦੇ ਨਾਲ ਦੀ ਮੈਥਮੈਟਿਕਸ ਨਾਲ ਹਾਲੇ ਤੱਕ ਕਾਢ ਨਹੀਂ ਕੱਢੀ ਕੋਈ। ਉਹ ਹੈ 2 + 2 = 4, ਨੈਵਰ 5। 3 - 2 = 1, ਨੈਵਰ 2 or 3। ਆਹ ਇਕੁਏਸ਼ਨਾਂ ਸਾਰੀ ਬਾਣੀ 'ਚ ਹੈ। ਅਸੀਂ ਹੁਣ ਉਹ ਕੀਰਤ ਕਾਂਗੜੇ ਦੀ ਵਾਰ ਦੀ ਅੱਜ ਦੱਸਾਂਗੇ ਜਿਹੜੀ ਸਾਰੀ ਸੰਗਤ ਪਿਆਰ ਦੇ ਨਾਲ ਹੀ ਸਾਰੀ ਰਾਤ ਅਸੀਂ ਵੀ 50 ਸਾਲ ਗਾਇਆ। ਥੋੜ੍ਹਾ ਨਹੀਂ, ਕੀਰਤ ਕਰੀ ਜਾ ਰਹੇ ਨੇ। ਉਹ ਸਤਿਕਾਰ ਉਹ ਬੜੀ ਵੱਡੀ ਚੀਜ਼ ਹੈ। ਜਿਹੜੇ ਨਹੀਂ ਬਾਣੀ ਦੇ ਗਾਉਂਦੇ ਜਾਂ ਸਾਰਾ ਉਹਨਾਂ ਨੂੰ 1000 ਦਰਜੇ ਅੱਛੇ ਉਹਦੇ 'ਚੋਂ ਚੀਜ਼ ਲੱਭੇਗੀ, ਲੇਕਿਨ ਉਹ ਕੀਰਤ ਨਹੀਂ ਹੈ, ਉਹਦੀ ਕਮਾਈ ਨਹੀਂ ਹੈ। ਉਹ ਵੀ ਅਸੀਂ ਸਾਰੇ ਇੰਨਾ ਗਾਈ ਵਜਾਈਏ ਸਾਰੇ, ਇਹ ਕੀਰਤ ਨਹੀਂ ਹੈ। ਜਿਹੜੀ ਕੀਰਤ ਹੈ ਉਹਦੀ ਅਸੀਂ ਹੁਣ ਡੈਫੀਨੇਸ਼ਨ ਬਣਾਉਣ ਲੱਗੇ ਹਾਂ। ਔਰ ਵਾਰਾਂ ਕਿਉਂ ਲਿਖੀਆਂ ਹੈ? ਪੰਜਾਬ ਯੋਧਿਆਂ ਦੀ ਧਰਤੀ ਸੀ। ਮੁਗਲ ਪਠਾਨ ਅਫਗਾਨਿਸਤਾਨ ਵੱਲ ਨੂੰ ਸਾਰੇ ਆਉਂਦੇ ਸੀ। ਇਸ ਪੰਜਾਬ ਦੀ ਧਰਤੀ ਨੂੰ ਤੱਪੜ ਬਣਾ ਕੇ ਗਾਂ ਹਿੰਦੁਸਤਾਨ ਨੂੰ ਲੁੱਟਦੇ ਸੀ ਔਰ ਇੱਥੇ ਦੇ ਘਰ ਤਬਾਹ ਕਰ ਜਾਂਦੇ ਸੀ ਔਰ ਸਾਰਾ ਕੁਝ ਲੁੱਟ ਕੇ ਲੈ ਜਾਂਦੇ ਸੀ। ਤਦੇ ਸਾਡੇ ਪਿੰਡਾਂ 'ਚ ਕਹਾਵਤ ਸੀ, ਖਾਣਾ ਪੀਣਾ ਲਾਹੇ ਦਾ, ਬਾਕੀ ਅਹਿਮਦ ਸ਼ਾਹ ਦਾ। ਉਹ ਖਾ ਪੀ ਲਓ, ਬਾਕੀ ਅਹਿਮਦ ਸ਼ਾਹ ਆਉਣਾ। ਔਰ ਉਹਨੇ ਇਸੇ ਦਾ ਮੂੰਹ ਭੰਨਣ ਲਈ ਇਹਨਾਂ ਹਮਲਾਵਰਾਂ ਦਾ ਪੰਜਾਬ ਦੀ ਧਰਤੀ 'ਤੇ ਮਹਾਰਾਜ ਨੇ ਬਾਣੀ 'ਚ ਵੀ ਵਾਰਾਂ ਰਚੀਆਂ ਔਰ ਦਸਮ ਪਾਤਸ਼ਾਹ ਨੇ ਉਹ ਸਪਿਰਿਟ ਭੰਨੀ ਵੀ ਜਿਹੜੇ ਹਮਲਾਵਰ
ਪੰਜਾਬ ਨੂੰ ਢਾਹ ਕੇ ਜਾਂਦੇ ਸੀ, ਇਹਨੂੰ ਤੱਪੜ ਬਣਾ ਕੇ ਗਾਂਹ ਲੰਘਦੇ ਸੀ। ਜਦੋਂ ਉਹ ਵਾਪਸ ਆਉਂਦੇ ਫਿਰ ਉਹ ਕੌਮ ਉੱਠੀ ਜਿਹੜਾ ਉਹਨਾਂ ਦਾ 90% ਭਾਰ ਹੌਲਾ ਕਰ ਦਿੰਦੇ ਸੀ ਲੁੱਟ ਦਾ, ਆਪ ਹੀ ਸਾਹਮਣੇ ਰਾਹ 'ਚ ਉਹਨੂੰ ਲੁੱਟ ਲੈਂਦੇ ਸੀ। ਔਰ ਐਸਾ ਮੂੰਹ ਭੰਨਿਆ ਵੀ ਕਾਬਲ ਤੱਕ ਜਿੱਥੇ ਤੱਕ ਸੀ ਫਿਰ ਉੱਥੇ ਝੰਡੇ ਚਲਾਏ ਔਰ ਇਹ ਨਾਕੇ ਬੰਦ ਕੀਤੇ ਹਮਲਾਵਰਾਂ ਦੇ। ਔਰ ਉਹ ਪਠਾਨ ਜਿਹੜੇ ਸਾਡੀਆਂ ਲੜਕੀਆਂ ਚੱਕ ਕੇ ਲੈ ਜਾਂਦੇ ਸੀ ਔਰ ਕੋਠੇ ਢਾਹ ਜਾਂਦੇ ਸੀ, ਉਹ ਬੇਲਚੇ ਫੜ ਕੇ ਖੋਤੇ ਲੈ ਕੇ ਸਾਡੇ ਮੁੜਕੀਆਂ ਕੰਧਾਂ ਬਣਾਉਣ ਆਉਂਦੇ ਆ, ਮਜ਼ਦੂਰੀ ਕਰਦੇ ਪੰਜਾਬ 'ਚ ਆਣ ਕੇ। ਇਹ ਉਹ ਸਪਿਰਿਟ ਹੈ ਜਿਹੜੀ ਵਾਰਾਂ ਨਾਲ ਭਰੀ। ਮਹਾਰਾਜ ਨੇ ਕਿਹਾ ਬਾਣੀ ਵੀ ਇਹਨਾਂ ਨੂੰ ਵਾਰਾਂ 'ਚ ਦਿਓ ਤਾਂ ਕਿ ਯੋਧਿਆਂ ਦਾ ਦੇਸ਼ ਹੈ, ਇਹ ਕੌਮ ਐਸੀ ਬਣ ਸਕੇ। ਔਰ ਖੰਡੇ ਦੀ ਧਾਰ ਥਾਣੀ ਦੀਖਿਆ ਨਗਾਤੀ ਫੜ ਕੇ। ਔਰ ਇਸ ਕਰਕੇ ਇਹ ਜਿਹੜੀ ਚੀਜ਼ ਹੈ, ਇਹ ਕਾਂਹੜੇ ਦੀ ਵਾਰ ਅਸੀਂ ਗਾਉਣ ਲੱਗੇ ਹਾਂ ਹੁਣ। ਔਰ ਸਦਾ ਹੀ ਵਾਰਾਂ ਦੀਆਂ ਧੁਨਾਂ ਲੱਭੋ ਪਿਆਰ ਨਾਲ। ਪਿੰਡਾਂ 'ਚ ਅਸੀਂ ਬੜੀਆਂ ਮੁਸ਼ਕਿਲਾਂ ਨਾਲ ਧੁਨਾਂ ਲੱਭ ਰਹੇ ਹਾਂ ਔਰ ਉੱਤੇ ਐਸੀ ਬਾਣੀ ਫਿੱਟ ਆਉਂਦੀ ਹੈ, ਐਸਾ ਸਵਾਦ ਆਉਂਦਾ ਗਾਉਣ ਦਾ, ਉਹ ਰਾਗ 'ਚ ਨਹੀਂ ਹੁੰਦੀ ਬਾਹਰ। ਇਸ ਕਰਕੇ ਉਹ ਇੱਕ ਐਸੀਆਂ ਵਾਰਾਂ ਘੜੀਆਂ। ਔਰ ਉਸ ਕਾਂਹੜੇ ਦੀ ਵਾਰ 'ਚ ਜਿਹੜੀ ਡੈਫੀਨੇਸ਼ਨ ਗੁਰੂ ਰਾਮਦਾਸ ਸਾਹਿਬ ਨੇ ਬਣਾਈ ਹੈ ਕੀਰਤ ਦੀ, ਉਹ ਸਦਾ ਯਾਦ ਕਰੋ ਜ਼ੁਬਾਨੀ। ਔਰ ਜਿੱਥੇ ਕੀਰਤ ਆ ਜਾਏ ਜਾਂ ਕੀਰਤ ਰੁੱਤ ਆਈ ਜਾਂ ਸਾਰੀ ਉਹ ਬਾਜੇ ਫੜ ਕੇ ਜਾਂ ਗਾਉਣ, ਉਹ ਠੀਕ ਹੈ, ਚੰਗੀ ਗੱਲ ਹੈ। ਲੇਕਿਨ ਜਿਹੜਾ ਕਮਾਈ ਹੈ ਕੀਰਤ ਦੀ, ਲਿਖੀ ਕੀਰਤ ਕੀ ਹੈ? ਉਹ ਕੀਰਤ ਹੈ ਅੰਦਰ ਜਿਹੜਾ ਸ਼ਬਦ ਜਪ ਰਹੇ ਹਾਂ ਉਹਦਾ ਹਾਰ ਬਣ ਜਾਣਾ ਗਲ ਦੇ ਵਿੱਚ। ਸਵਾਸਾਂ ਅਰਧ ਔਰਦੀ ਜਿਹੜੇ ਚੱਲ ਰਹੇ ਨੇ, ਸਵਾਸ ਔਰ ਥੱਲੇ ਨਾਭੀ ਕਮਲ ਤੱਕ ਜਾਂਦੇ ਹੈ, ਉੱਤੋਂ ਆਉਂਦੇ ਸਾਰਾ ਇਹ ਗਲ ਦੇ ਵਿੱਚ ਜਿੱਦਾਂ ਹਾਰ ਪਿਆ ਹੁੰਦਾ। ਜਿਹੜੇ ਅਸੀਂ 4 ਅੱਖਰ ਜਪਦੇ ਹਾਂ ਗੁਰਮੰਤਰ ਦੇ, ਇਹਨਾਂ ਦਾ ਹਾਰ ਅੰਦਰ ਬਣ ਜਾਂਦਾ ਹੈ। ਔਰ ਉਹ ਬਕਾਇਦਾ ਉਹਦੀ ਜਿਸ ਤਰ੍ਹਾਂ ਛੋਟੇ ਛੋਟੇ ਬਲਬ ਲਾ ਕੇ ਟਿਮਕਣੇ ਲਾ, ਸਾਰੀਆਂ ਕਲਾ ਵਰਤਦੀਆਂ ਜੋ ਲਿਖੀਆਂ ਹੈ। ਪਰ ਐਸ ਅਵਸਥਾ ਨੂੰ ਕਿਹਾ ਹੈ ਵੀ ਆਹ ਕੀਰਤ ਜਦੋਂ ਸਤਿਗੁਰ ਅੰਦਰ ਆ ਜਾਏ ਬੰਦੇ ਦੇ, ਔਰ ਜਿਨ੍ਹਾਂ ਦੇ ਕਰਮ ਚੰਗੇ ਹੋਣ, ਫਿਰ ਕੀ ਹੁੰਦਾ? ਅਚਿੰਤ ਹਰ ਨਾਮ ਤਿਨ ਕੇ ਮਨ ਵਸਿਆ। ਤਾਂ ਨਾਮ ਅੰਦਰ ਵਸਦਾ, ਹਰ ਕਿਤੇ ਨਹੀਂ ਵੀ। ਇਹ ਬੜੀਆਂ ਡਿਸਿਪਲਿਨ ਹੈ ਬਾਣੀ ਦੀਆਂ। ਤੋ ਕੀਰਤ ਕੀ ਹੈ? ਅਸੀਂ ਇਕੁਏਸ਼ਨ ਹੁਣ ਬਣਾਉਣ ਲੱਗੇ ਹਾਂ, ਉਹਦੇ ਹਿਸਾਬ ਦੇ ਨਾਲ ਸਾਰੇ ਥਾਂ ਕੀਰਤ ਸਾਫ਼ ਹੋ ਜੂ। ਉਹ ਕਾਨੜੀ ਦੀ ਵਾਰ, ਮੂਸੇ ਕੀ ਵਾਰ ਕੀ ਧੁਨੀ ਲਿਖੀ ਹੈ ਉੱਤੇ ਮਹਾਰਾਜ ਨੇ, ਤੋ ਮੂਸੇ ਦੀ ਵਾਰ ਦੀ ਧੁਨੀ ਤੇ ਅਸੀਂ ਗਾਉਣ ਲੱਗੇ ਹਾਂ। ਅਸੀਂ ਪਹਿਲਾਂ ਉਹ ਧੁਨੀ ਚੱਕ ਲਈਏ ਕਿਉਂਕਿ ਨਾਂ ਲਿਖਿਆ ਮੂਸੇ ਦਾ। ਮੂਸਾ ਸੀ ਮੋਜ਼ਿਸ, ਜਿਹੜਾ ਯਹੂਦੀਆਂ ਦਾ ਰਹਿਬਰ ਸੀ। ਉਹ ਮੋਜ਼ਿਸ ਜਿਹਦੀਆਂ 10 ਕਮੈਂਡਮੈਂਟਸ ਨੇ, ਉਹ ਮੋਜ਼ਿਸ ਐਡਾ ਵੱਡਾ ਤਕੜਾ ਫਕੀਰ ਹੋਇਆ, ਉਹਨਾਂ ਦਾ ਰਹਿਬਰ। ਉਹ ਸਾਰਾ ਉਹਦੇ ਤੇ ਪੰਜਾਬ 'ਚ ਇੱਕ ਵਾਰ ਤੁਰੀ ਹੈ, ਹਰ ਕੀਰਤ ਉੱਤਮ ਨਾਮ ਹੈ, ਵਿੱਚ ਕਲਯੁਗ ਕਰਨੀ ਸਾਰ। ਹਰ ਕੀਰਤ ਉੱਤਮ ਨਾਮ ਹੈ, ਵਿੱਚ ਕਲਯੁਗ ਕਰਨੀ ਸਾਰ। ਵਿੱਚ ਕਲਯੁਗ ਕਰਨੀ ਸਾਰ, ਵਿੱਚ ਕਲਯੁਗ ਕਰਨੀ ਸਾਰ। ਕੀਰਤ ਦਾ ਨਾਮ ਆ ਗਿਆ। ਕਲਯੁਗ ਦੇ ਵਿੱਚ ਸਭ ਤੋਂ ਉੱਤਮ ਕੰਮ ਕੀ ਹੈ? ਨਾਮ ਵਾਲੀ ਕੀਰਤ ਕਰ। ਉਹ ਕੀ ਸੀ? ਹਰ ਕੀਰਤ ਉੱਤਮ ਨਾਮ ਵਿੱਚ ਕਲਯੁਗ ਕਰਨੀ ਸਾਰ। ਆ ਕਲਯੁਗ में ਕੀਰਤਨ ਪ੍ਰਧਾਨਾ ਨਹੀਂ ਹੈ। ਅਗਲੀ ਲਾਈਨ ਵੀ ਇਸੇ ਮਹੱਲੇ ਦੀ ਹੈ, ਮਹੱਲੇ ਤੀਜੇ ਦੀ। ਜਿਹਦਾ ਅਸੀਂ ਸ਼ਬਦ ਪੜ੍ਹ ਰਹੇ ਹਾਂ, ਹਰ ਕੀਰਤ ਸਦਾ ਕਮਾਏ। ਉਹ ਕੀਰਤ ਕੀ ਸੀ? ਵੀ ਇੰਨਾ ਜਪ, ਇੰਨੀ ਕਮਾਈ ਕਰ, ਤੇਰੇ ਅੰਦਰ ਗਾਲੇ 'ਚ ਹਾਰ ਪੈ ਜਾਏ, ਅੱਖਰਾਂ ਦਾ ਕਲਾ ਵਰਤ ਜਾਏ। तो कीर्तन कालयुग में कीर्तन प्रधाना। अगली लाइन है, गुरमुखे जपिए लाए ध्याना। अगला काम करने वाला है। बाकी हिंदुओं च सारिਆਂ 'ਚ कीर्तन हो रहा सी, ਉਹਨਾਂ ਦਾ ਕੀਰਤਨ ਬਾਹਰਲਾ ਹੈ। ਸਾਡਾ ਕੀਰਤਨ ਆ ਗੁਰਮੁਖੇ ਜਪੀਏ ਲਾਏ ਧਿਆਨਾ। ਜਪਣਾ ਹੀ ਕੀਰਤਨ ਹੈ। ਔਰ ਕੀਰਤ ਇਹੋ ਮਹੱਲਾ ਤੀਜਾ ਆਪਣਾ ਇਹਦਾ ਗਾਂ ਸ਼ਗਿਰਦ ਖੋਲ ਰਿਹਾ ਹੈ। ਪਹਿਲਾ ਸਿੱਖ ਗੁਰੂ ਰਾਮਦਾਸ ਸਾਹਿਬ, ਗੁਰੂ ਅਮਰਦਾਸ ਸਾਹਿਬ ਦਾ ਜਿਹੜਾ ਸਿੱਖ ਸੀ, ਜਿਹਨੇ ਫਿਰ ਗੱਦੀ ਲੈ ਗਿਆ, ਉਹ ਗੁਰੂ ਰਾਮਦਾਸ ਸਾਹਿਬ ਹੈ। ਉਹ ਆਪਣੀ ਵਾਰ 'ਚ ਫਿਰ ਜਿਹੜਾ ਉਹਨਾਂ ਦੇ ਗੁਰੂ ਨਾਲ ਸ਼ਬਦ ਦਿੱਤਾ ਸੀ, ਜਿਨ ਕਾ ਸਤਿ ਗੁਰ ਭੇਟਿਆ ਸੇ ਹਰ ਕੀਰਤ ਸਦਾ ਕਮਾਏ। ਗੁਰੂ ਰਾਮਦਾਸ ਸਾਹਿਬ ਉਹਨਾਂ ਦੇ ਸਿੱਖ ਨਾਲ ਫਿਰ ਆ ਖੋਲੀ ਕਾਨੜੇ ਦੀ ਵਾਰ ਦੇ ਵਿੱਚ, ਹਰ ਕੀਰਤ, ਹਰ ਕੀਰਤੇ। ਕੀਰਤ ਕਿਤੇ ਨਹੀਂ ਹੋਏਗਾ, ਕੀਰਤੇ। ਹਰ ਕੀਰਤੇ ਉੱਤਮ ਨਾਮ ਹੈ, ਵਿੱਚ ਕਲਯੁਗ ਕਰਨੀ ਸਾਰ। ਹਰ ਕੀਰਤੇ ਉੱਤਮ ਨਾਮ ਹੈ, ਵਿੱਚ ਕਲਯੁਗ
विच कलयुग करणी सा, विच कलयुग करणी सा। मते गुरमते मते गुरमते कीरत पाइए, हर नामा हर पुरे हार। कीरत पाइए हर नामा हर पुरे हार। और कहंदी है राम नाम और मैं गहियो। और कहंदी हिरदे च, मैं हिरदे दे विच ਉਹਨੂੰ ਫੜ ਲਿਆ, ਨਾਮ ਹਿਰਦੇ ਚ ਆ ਗਿਆ। ਹਰ ਕੀਰਤ ਉੱਤਮ ਨਾਮ ਹੈ, ਵਿੱਚ ਕਲਯੁਗ ਕਰਨੀ ਸਾਰ। ਹਰ ਕੀਰਤ ਉੱਤਮ ਨਾਮ ਹੈ, ਵਿੱਚ ਕਲਯੁਗ ਕਰਨੀ ਸਾਰ। ਹਟ हर कीरत उत्तम नाम है, विच कलयुग करनी सा। हर कीरत उत्तम नाम है, विच कलयुग करनी सा। मते गुरमते मते गुरमते कीरत पाइए, हरे नामा हर पुरे हार। कीरत पाइए हरे नामा हर पुरे हार। बिन नामे जे कर्म कमावने, बिन नामे जे कर्म कमावने। नित हौमे होए खुआर। बिन नामे जे कर्म कमावने, नित हौमे होए खुआर। नाम तो बगैर सिੱਖੀ ਚ जिन्ने भी ਕੰਮ ਹੈ ਉਹ ਐਂ ਹੈ ਜਿੱਦਾਂ ਹਾਥੀ ਰੱਖਣ ਵਾਲੇ। ਹਾਥੀ ਮੈਲਾ ਹੁੰਦਾ ਸੀ ਬਹੁਤ, ਮੱਟਾ ਕਿੱਟਾ ਤੇ ਜਿਸਮ ਤੇ ਐਡਾ ਵੱਡਾ ਉਹਦਾ ਬੌਡੀ। ਉਹਨਾਂ ਨੂੰ ਉਸ ਹਾਥੀ ਨੂੰ ਦਰਬਾਰ 'ਚ ਲਿਜਾਣ ਲਈ ਜਿਹੜਾ ਸੁਲਤਾਨ ਹੁੰਦਾ ਸੀ, ਇਹ ਕਿਰਾਏ 'ਤੇ ਹਾਥੀ ਰੱਖੇ ਹੁੰਦੇ ਸੀ ਉਹਨਾਂ ਨੇ। ਔਰ ਜਿਹੜਾ ਹਾਥੀ ਹੁੰਦਾ ਸੀ ਉਹਨਾਂ ਨੂੰ ਨਲਾ ਧੜੋ ਕੇ ਤੇ ਉਹਨਾਂ ਨੂੰ ਫਿਰ ਦਰਬਾਰ 'ਚ ਲਿਜਾਂਦੇ ਸੀ ਹਾਥੀ ਨੂੰ। ਹਾਥੀ ਦੀ ਆਦਤ ਹੈ ਵੀ ਉਹਨੂੰ ਅਸਵਾਨ ਡੂੰਘੇ ਪਾਣੀ 'ਚ ਲਿਜਾ ਕੇ ਮਾਰ ਚੱਟ ਚੁੱਟ ਕੇ ਉਹਦੀ ਮੈਲ ਲਾਉਂਦਾ ਔਰ ਪੱਥਰਾ ਆਉਂਦਾ। ਉਹ ਜਦੋਂ ਬਾਹਰ ਨਿਕਲਦਾ ਆਪਣੀ ਸੁੰਡ ਨਾਲ ਉੱਥੋਂ ਧੁੱਦਲ ਇਕੱਠੀ ਕਰਦਾ। ਜਿਹੜੀ ਬਰੀਕ ਘਟਾ ਹੁੰਦਾ ਨਾ ਉਹਨੂੰ ਪਿੰਡੀ ਥਾਂ ਧੁੱਦਲ ਕਹਿੰਦੇ ਆ। ਉਹ ਸੁੰਡ 'ਚ ਕੱਢ ਕੇ ਸਾਰੀ ਉਹ ਮਾਰ ਕੇ ਆਪਣੇ ਪਿੰਡੇ ਦੇ ਪਿੱਛੇ ਸੁੰਡ ਕਰਕੇ ਸਾਰਾ ਆਪਣਾ ਪਿੰਡਾ ਫਿਰ ਘਟੇ ਨਾਲ ਭਰ ਲੈਂਦਾ। ਇਸ ਤਰ੍ਹਾਂ ਮਹਾਰਾਜ ਨੇ ਉਦਾਹਰਨ ਦਿੱਤਾ ਵੀ ਜਿਹੜੇ ਨਾਮ ਨਹੀਂ ਜਪਦੇ ਬਾਕੀ ਕੰਮ ਕਰਦੇ ਉਹ ਜਿੰਨਾ ਮਰਜ਼ੀ ਵੀ ਕਰੀ ਜਾਣ ਕਰਮ ਕਾਂਡ, ਉਹ ਆਪਣੇ ਉੱਤੇ ਖੇਹ ਪਾਉਣ। ਕੀਤਾ ਕਰਾਇਆ ਸਾਰਾ ਨਾਸ਼ ਕਰਨਾ, ਉਹਦਾ ਫਲ ਹੋ ਰਿਹਾ। ਇਸ ਕਰਕੇ ਮਹਾਰਾਜ ਕਹਿ ਰਹੇ ਨੇ ਉਸ ਹਾਥੀ ਦੀ ਮਿਸਾਲ ਦੇ ਰਹੇ। ਹਰ ਕੀਰਤ ਉੱਤਮ ਨਾਮ ਹੈ, ਵਿੱਚ ਕਲਯੁਗ ਕਰਨੀ ਸਾਰ। ਹਰ ਕੀਰਤ ਉੱਤਮ ਨਾਮ ਹੈ, ਵਿੱਚ ਕਲਯੁਗ ਕਰਨੀ ਸਾਰ। ਮਤੇ ਗੁਰ ਮਤੇ ਕੀਰਤ ਪਾਈਏ, ਹਰ ਨਾਮਾ ਹਰ ਪੁਰੇ ਹਾਰ। ਮਤੇ ਗੁਰ ਮਤੇ ਕੀਰਤ ਪਾਈਏ, ਹਰ ਨਾਮਾ ਹਰ ਪੁਰੇ ਹਾਰ। ਵਿਣ ਨਾਵੇਂ ਜੇ ਕਰਮ ਕਮਾਵਣੇ, ਨਿਤ ਹਉਮੈ ਹੋਏ ਖੁਆਰ। ਵਿਣ ਨਾਵੇਂ ਜੇ ਕਰਮ ਕਮਾਵਣੇ, ਨਿਤ ਹਉਮੈ ਹੋਏ ਖੁਆਰ। ਜਲੇ ਹਸਤੀ ਮਲੈ ਨਵਾਲੀਏ, ਪੀ ਫਿਰ ਪਾਵੇ ਛਾਰ। ਜਲੇ ਹਸਤੀ ਮਲੈ ਨਵਾਲ, ਸਿਰ ਭੀ ਫਿਰ ਪਾਵੇ ਛਾਰ। ਸਿਰ 'ਚ ਸੋਹਾ ਪਾਉਣਾ ਹੈ ਜਿਹੜੇ ਨਾਮ ਜਪਣ ਤੋਂ ਬਗੈਰ ਬਾਕੀ ਕੰਮ ਕਰਨੇ ਆ। ਜਲੇ ਹਸਤੀ ਮਲੇ ਨਵਾਲੀਏ, ਸਿਰ ਭੀ ਫਿਰ ਪਾਵੇ ਛਾਰ। ਹੋਰ ਕੀ ਕਹਿ ਦੇਣ ਮਹਾਰਾਜ। ਇਸ ਕਰਕੇ ਰਾਮ ਨਾਮ ਜਿਸ ਵੇਲੇ ਕੀਰਤੀ ਕਮਾਈ ਹੋ ਜਾਂਦੀ ਹੈ, ਗਲ 'ਚ ਹਾਰ ਬਣ ਜਾਂਦਾ, ਉਹਨੂੰ ਕੀਰਤ ਕਿਹਾ। ਹਰ ਕੀਰਤ ਉੱਤਮ ਨਾਮ ਹੈ, ਵਿੱਚ ਕਲਯੁਗ ਕਰਨੀ ਸਾਰ। ਹਰ ਕੀਰਤ ਉੱਤਮ ਨਾਮ ਹੈ, ਵਿੱਚ ਕਲਯੁਗ ਕਰਨੀ ਸਾਰ। ਇਹ ਬਾਣੀ ਦੀ ਮੱਤ ਤੋਂ ਬਗੈਰ ਕੀਰਤ ਨਹੀਂ ਆਉਣੀ। ਮਤੇ ਗੁਰ ਮਤੇ ਕੀਰਤ ਪਾਈਏ, ਹਰ ਨਾਮਾ ਹਰ ਪੁਰੇ ਹਾਰ। ਮਤੇ ਗੁਰ ਮਤੇ ਕੀਰਤ ਪਾਈਏ, ਹਰ ਨਾਮਾ ਹਰ ਪੁਰੇ ਹਾਰ। ਬਿਨ ਨਾਵੇਂ ਜੇ ਕਰਮ ਕਮਾਵਣੇ, ਨਿਤ ਹਉਮੈ ਹੋਏ ਖੁਆਰ। ਬਿਨ ਨਾਵੇਂ ਜੇ ਕਰਮ ਕਮਾਵਣੇ, ਨਿਤ ਹਉਮੈ ਹੋਏ ਖੁਆਰ।
ਜਲ ਹਸਤੀ ਮਲੈ ਨਵਾਲੀਏ ਸਿਰ ਭੀ ਫਿਰ ਪਾਵੇ ਸ਼ਾ ਜਲ ਹਸਤੀ ਮਲੈ ਨਵਾਲੀਏ ਸਿਰ ਭੀ ਫਿਰ ਪਾਵੇ ਸ਼ਾ ਹਰ ਨਾਮਾ ਹਰ ਉਰਿਹਾਰ ਹਰ ਨਾਮਾ ਹਰ ਉਰਿਹਾਰ ਏ ਜਿਨ ਕ ਸਤੈ ਗੁਰ ਭੇਟਿਆ ਸੇ ਹਰੇ ਕੀਰਤੇ ਸਦਾ ਤੁਮਾਰੇ ਅਚਿੰਤ ਹਰਿ ਨਾਮ ਤਿਨ ਕੈ ਮਨ ਵਸਿਆ ਅਚਿੰਤ ਹਰਿ ਨਾਮ ਤਿਨ ਕੈ ਮਨ ਵਸਿਆ ਅਚਿੰਤ ਹਰਿ ਨਾਮ ਤਿਨ ਕੈ ਮਨ ਵਸਿਆ ਸੱਚੈ ਸਬਦੇ ਕਮਾਏ ਆ ਕਨਸੈਸ਼ਨ ਆਉਣ ਲੱਗਾ ਹੈ ਜਿਹੜੇ ਐਸ ਨਾਲ ਗੁਰੂ ਦੀ ਸ਼ਬਦ ਦੀ ਕਮਾਈ ਨਾਲ ਇਨਸ਼ੋਰਡ ਹੁੰਦੇ ਆ ਉਹ ਸਤਿਗੁਰੂ ਦੇ ਇਨਸ਼ੋਰਡ ਸਤਿਗੁਰੂ ਦੀ ਇੰਸ਼ੋਰੈਂਸ ਕੰਪਨੀ ਦੇ ਉਹਨਾਂ ਨੇ ਇੰਸ਼ੋਰੈਂਸ ਖਰੀਦੀ ਹੁੰਦੀ ਹੈ ਨਾਮ ਜਪਣ ਵਾਲੀ ਆ ਦੇਖੋ ਕੁੱਲ ਮੁਫਤ ਕੀ ਤਰ ਚੱਲੀ ਕੁੱਲ ਉਧਾਰੇ ਆਪਣਾ ਹੈ ਕੁੱਲ ਉਧਾਰੇ ਆਪਣਾ ਉਸ ਕੁੱਲ ਚ ਭਾਵੇਂ ਉਹਨੂੰ ਤੰਗ ਕੀਤਾ ਸੀ ਸਭ ਕੁਛ ਗੁਰੂ ਨਾਨਕ ਪਾਤਸ਼ਾਹ ਦੀ ਲਾਈਫ ਦੇਖੋ ਤੁਸੀਂ ਹੋਰ ਗੁਰੂਆਂ ਦੀ ਲਾਈਫ ਦੇਖੋ ਕਿੰਨਾ ਸੱਚ ਨੂੰ ਕਹਿਣ ਵਾਲਿਆਂ ਨੂੰ ਕਿੰਨੀਆਂ ਕੁਰਬਾਨੀਆਂ ਦੇਣੀਆਂ ਪਈਆਂ ਪਰ ਉਹਨਾਂ ਦੀ ਕੁੱਲ ਉਧਰ ਜਾਂਦੀ ਹੈ ਉਧਰਨਾ ਇਹ ਨਹੀਂ ਵੀ ਉਹ ਮੁੱਖ ਪਦਵੀ ਸਾਰੇ ਮੁਕਤ ਹੋ ਜਾਂਦੇ ਨਹੀਂ ਉਧਰਨਾ ਹੁੰਦਾ ਉਹਨਾਂ ਨੂੰ ਫੇਰ ਜਨਮ ਮਿਲੂ ਫੇਰ ਉਹ ਨਾਮ ਜਪ ਕੇ ਫੇਰ ਛੁੱਟਣਗੇ ਛੁੱਟ ਨਹੀਂ ਸਕਦਾ ਕੋਈ ਪਰ ਉਹਨਾਂ ਨੂੰ ਕਨਸੈਸ਼ਨ ਇੰਨੀ ਹੈ ਵੀ ਉਹਨਾਂ ਨੂੰ ਬਰਾਬਰ ਕਹਿੰਦਾ ਵੀ ਨਹੀਂ ਇਸ ਕੁੱਲ ਦੇ ਸਾਰੇ ਬੰਦਿਆਂ ਨੂੰ ਮੁੜ ਕੇ ਜਨਮ ਜਪਵਾ ਕੇ ਇਹਨਾਂ ਨੂੰ ਵੀ ਅਦਾ ਕਨਸੈਸ਼ਨ ਹੈ ਇਸ ਕਰਕੇ ਟੱਬਰ 'ਚ ਇੱਕ ਦੀ ਇੰਸ਼ੋਰੈਂਸ ਹੋਏ ਸਾਰਾ ਟੱਬਰ ਹੀ ਉਸ ਹਸਪਤਾਲ 'ਚ ਤੁਰਿਆ ਫਿਰਦਾ ਬੱਚੇ ਵੀ ਨਾ ਵੀ ਦੰਦ ਦੁਖਦਾ ਹੈ ਕਢਾਉਣਾ ਹੈ ਸਫਾਈ ਐਵੇਂ ਤੁਰੇ ਫਿਰਦੇ ਵੀ ਮੁਫਤ ਦਿਨ 'ਚ ਔਰ ਦੇਖੋ ਸਾਰਾ ਦੇਸ਼ ਦੇ ਟੈਕਸ ਤੇ ਭਾਰ ਪੈ ਰਿਹਾ ਉਹਨਾਂ ਕੇ ਖਰਚ ਕਰਾ ਉਧਰ ਡਾਕਟਰ ਵੀ ਬਗੈਰ ਸੋਚੇ ਸਮਝੇ ਅਪੁਆਇੰਟਮੈਂਟਾਂ ਬਣਾਈ ਜਾਂਦੇ ਕਿਉਂਕਿ ਇੰਸ਼ੋਰੈਂਸ ਹੈ ਏਦਾਂ ਇਹ ਐਡੀ ਵੱਡੀ ਇੰਸ਼ੋਰੈਂਸ ਹੈ ਨਾਮ ਜਪਣ ਵਾਲੀ ਕੁੱਲ ਉਧਾਰੇ ਕੁੱਲ ਉਧਾਰੇ ਕੁੱਲ ਮੁਫਤ ਤੁਲ ਗਈ ਆ ਮੈਂ ਦੱਸਿਆ ਕਰਦਾ ਦੁੱਖ ਨਿਵਾਰਨ ਅਸੀਂ ਕੀਰਤਨ ਕਰਨ ਜਾਂਦੇ ਸੀ ਐਨ ਬੜਾ ਜੋਸ਼ ਆਉਂਦਾ ਪਟਿਆਲੇ ਉਹ ਤੜਕੇ ਅਸੀਂ ਜਾਣਾ ਪਹਿਲੀ ਚੌਂਕੀ ਹੁੰਦੀ ਸੀ ਅੰਦਰ ਉਹ ਇੱਕ ਮੋਹਰੇ ਮੇਰੇ ਬੰਦਾ ਨਾ ਝੂਲਦਾ ਜਾਏ ਤੇ ਸਾਰੇ ਅਸੀਂ ਕਿਹਾ ਮੈਂ ਉਹਦੇ ਨਾਲ ਜਾ ਰਿਹਾ ਤੇ ਉਹ ਕੁਛ ਮਾਵਾ ਛਕਿਆ ਸੀ ਗੋਲੀ ਹੁੰਦਾ ਜਾਏ ਨਾਲੇ ਜੇਬੇ 'ਚ ਹੱਥ ਪਾਈ ਜੇ ਬਾਰ ਮੈਂ ਕਿਹਾ ਭਾਊ ਤੂੰ ਜੇਬੇ 'ਚ ਹੱਥ ਕਿਉਂ ਪਾ ਰਿਹਾ ਉਹ ਮੇਰੇ ਵੱਲ ਦੇਖ ਕੇ ਨਾ ਕਿਉਂਕਿ ਜਿਹਦੀ ਦਾੜੀ ਖੁੱਲੀ ਹੋਏ ਨਾ ਉਹਨੂੰ ਸਰਟੀਫਿਕੇਟ ਮਿਲ ਜਾਂਦੀ ਡਿਗਰੀ ਗਿਆਨੀ ਜੀ ਦੀ ਸ਼ੁਰੂ ਤੋਂ ਮੈਨੂੰ ਪੰਜਾਬੀ ਵੀ ਨਹੀਂ ਸੀ ਆਉਂਦੀ ਉਸ ਵੇਲੇ ਉਰਦੂ 'ਚ ਪੜ੍ਹਦਾ ਮੈਨੂੰ ਕਹਿੰਦਾ ਗਿਆਨੀ ਜੀ ਕਿਤੇ ਤੇਲੀ ਕਿਤੇ ਖੁੰਝੇ ਲੱਗ ਗਈ ਹੈ ਲੱਭਦੀ ਨਹੀਂ ਹੈ ਖੇਜੀ 'ਚੋਂ ਤੇਲੀ ਅਠਿਆਨੀ ਨੂੰ ਕਹਿੰਦੇ ਸੀ ਗਿਆਨੀ ਜੀ ਤੇਲੀ ਮੇਰੀ ਲੱਭਦੀ ਨਹੀਂ ਮੈਂ ਜੇਬੇ 'ਚ ਤਾਂ ਬਾਰ ਮੈਂ ਕਿਹਾ ਅਮਲੀਆ ਤੂੰ ਤੇਲੀ ਕੀ ਕਰਨੀ ਉਹ ਕਹਿੰਦੀ ਸੀ ਮੈਂ ਬਾਬੇ ਤੇਗ ਬਹਾਦਰ ਸਾਹਿਬ ਦੀ ਮੱਥਾ ਟੇਕਣਾ ਸੀ ਉਹ ਲੱਭਦੀ ਨਹੀਂ ਹੈ ਮੈਂ ਸੋਚਿਆ ਸੀ ਭਈ ਪੌਲੀ ਦਾ ਮੈਂ ਮੱਥਾ ਟੇਕ ਲੂੰਗਾ ਬਾਕੀ ਮੈਂ ਪੌਲੀ ਬਚਾ ਲੂੰਗਾ ਤੇ ਉਹ ਢੇਲੀ 'ਚ ਚੁਆਨੀਆਂ ਹੁੰਦੀਆਂ ਦੋ ਤੇ ਉਹ ਢੇਲੀ ਇੱਕ ਕੱਢਾ ਐਸਾ ਸੀ ਢੇਲੀ ਮੇਰੀ ਗੁਆਚ ਗਈ ਹੈ ਤੇ ਮੈਂ ਪੌਲੀ ਦਾ ਮੱਥਾ ਟੇਕਣਾ ਸੀ ਬਾਬੇ ਤੇਗ ਬਹਾਦਰ ਦੇ ਤੇ ਉਹ ਮੈਂ ਉਹ ਕਹਿ ਕੇ ਮੈਨੂੰ ਛੇਤੀ ਸੀ ਮੈਂ ਗਾਂਹ ਜਾ ਕੇ ਤੇ ਉਹ ਬੱਚੇ ਜਿੱਥੇ ਪੈਰ ਧੋ ਕੇ ਤੇ ਗਾਂਹ ਤਾਂ ਜਾਂਦੇ ਮੇਰੇ ਸਾਥੀ ਪਹੁੰਚ ਚੁੱਕੇ ਸੀ ਔਰ ਮੈਂ ਆਪਣਾ ਬਾਜਾ ਸਦਾ ਹੀ ਆਪਣੀ ਪਿੱਠ ਤੇ ਰੱਖਦਾ ਹੁੰਦਾ ਸਾਰਾ ਆਪ ਚੱਕ ਕੇ ਜਾਂਦਾ ਹੁੰਦਾ ਉਹ ਮੈਂ ਉੱਥੇ ਜਾ ਕੇ ਤੇ ਸਾਥੀ ਆ ਗਏ ਮੈਂ ਉਹਨੂੰ ਡੀਕਣ ਲੱਗ ਪਿਆ ਉਹ ਅਮਲੀ ਵੀ ਆ ਗਿਆ ਇੰਨੀ ਚੱਕਰ ਤੇ ਮੈਨੂੰ ਦੇਖ ਕੇ ਕਹਿੰਦਾ ਗਿਆਨੀ ਜੀ ਢੇਲੀ ਲੱਭ ਪਈ ਉਹਨੂੰ ਹੋਰ ਤਾਂ ਕੁਛ ਨਹੀਂ ਬੜੀ ਖੁਸ਼ੀ ਮੈਂ ਕਿਹਾ ਢੇਲੀ ਲੱਭ ਪਈ ਕਹਿੰਦਾ ਮੈਂ ਕਿਹਾ ਕਿੱਥੋਂ ਲੱਭੀ ਕਹਿੰਦਾ ਉਹ ਖੀਦੇ ਵਿੱਚ ਹੀ ਸੀ ਮੈਂ ਹੱਥ ਮਾਰਿਆ ਤੇ ਢੇਲੀ ਦੇ ਵਿੱਚੋਂ ਨਿਕਲ ਆਈ ਲੈ ਬਾਬਾ ਐਵੇਂ ਪੌਲੀ ਨੂੰ ਥੁੱਕ ਲਾ ਚੱਲਿਆ ਸੀ ਕਹਿੰਦਾ ਹੁਣ ਨਹੀਂ ਮੈਂ ਮੱਥਾ ਟੇਕ ਕਹਿੰਦਾ ਕਿ ਪੌਲੀ ਮੈਨੂੰ ਤਾਂ ਖੀਦੇ ਚੋਂ ਲੱਭ ਪਈ
मैं सुखिया सी भी जे लभा दे तो पौली का मत्था टेक दूं तो उस करे कहदा एवें मुफ्त नूं आ कुल नूं मुफ्त दा ही मिल गया। कुल उधारे अपना हे कुल उधारे अपना हे कुल उधारे झूठिया गल्लां नहीं, कदी नाम जप के देख लो, सब दा आधार हुंदा है। ऐसा वड्डी चीज है पर कर्म कांड वाल सिੱਖੀ ज्यादा पई है। जिहड़ी चीज की जरूरत है शब्दां राहीं असीं उजागर कर रहे हैं और होर ही किसी चीज़ां नूं भेटी जांदे आ। आ चीज भेटो जिन को सत्ते गुर भेटिया, जिन को सत्ते गुर भेटिया, हे जिन को सत्ते गुर भेटिया, से हरे हर बार बार क्यों लिखिया? देवतियां दी ज्यादा पूजा हो रही सी, बुतां दी, देवतियां दी, होर सारियां दी जिन्नी। वो कहंदे हर दी कीरत करके सेवा करो तो से हर कीरते सदा तुम्हारी, अचिंत हर नाम तिनके मन वसिया, अचिंत हर कुल उधारे अपना, मोख पदवी आपे पाए, और ब्रह्म तिनको संतुष्ट भया, हे पार ब्रह्म तिनको संतुष्ट भया। शब्द सिद्धे अकाल पुरख पार ब्रह्म ना जोड़ दे, किसी गुरु की बरकत नहीं मंगता शब्द। गुरु अर्जन पातशाह कहंदा पार ब्रह्म तिनको संतुष्ट भया, जो चरनी जन पाए। जिहड़ा अपने आप नूं संत को हारिया हो, महापुरख हा लिया चरण, वो गुरु चरनां दी की परवाह करदा। इस करके जिहड़ी सारी बाणी है वो सतगुर दे सिख बन के लिखी, ओदी बरकत मंग रहे है। हे पार ब्रह्म तिनको संतुष्ट भया, तिनको संतुष्ट भया, जो गुर चरनी जन पाए। ये असी ना पिछे धन धन भाग ते ना गुर, सब तू वड्डे भाग गुर सिखां च जो गुर चरनी सिख पढ़ते आ। इस करके सारी उम्र ही गुर सिख बनिया रहे। संत महापुरख दुनिया पिछक भावें कहे पर अंदरों इन्नी गरीबी होवे भी मैं हाली गुर सिख ही हैं। इस करके ये चीज, ये अखाड़े चलने, सारी चीज चलनी गुरमत तो उल्ट है। इस करके सारे शब्द, सारी सिੱਖੀ दूसरे एक दूजे नूं भाई कहंदी सी। भाई भाई दा बड़े बड़े जो भी बन जाते सी। संत दा लफ्ज बड़ा पवित्र है और उस पदवी ते नहीं बनता, वो कद ते बढ़दा। जिन को सत्य गुर पहला सतगुर भेटोगे, फिर पार ब्रह्म तिनका संतुष्ट। आ डिसिप्लिन है, पहला सतगुर आएगा फिर पार ब्रह्म आएगा। सत जिनका गुर भेट, पहला ओदी अंदर भेट होगी, वो आन के कला बरताएगा, फिर की होएगा? पार ब्रह्म तिनका संतुष्ट भया। जे पहले ही महापुरख बन गया ਉਹਦੇ ਤੇ नहीं, जो गुर चरनी जन पाए। अखीर ते कमाल ही कर दी भी जानी बनिया रही। संत साहब महापुरख ना ब्रह्म ज्ञानी बनी, जानी बनी रही और उस जान दे नन्ने नूं औंकड़ है। अखीर ते तोड़ा देता, जन नानक हर का दास है, नानक हर का दास है, कर कृपा हर लाज रखा। जन नानक हर का दास है, करे कृपा हर लाज रखा।
असी साडा आदि गुरु पहला पैगंबर औलिया और ਉਹ ਗਿਆਨ ਜਿਹਦਾ ਉੱਚ ਹੱਦੀ ਵੈਣ ਹੈ, ਜਿਹਨੂੰ ਖੋਲਣ ਲਈ ਹੀ ਸਾਰੇ ਸ਼ਬਦ ਬਾਕੀ ਮਾਲਿਆਂ ਨੂੰ ਦਿੱਤੇ, ਉਹ ਹੈ ਮਹੱਲਾ ਪਹਿਲਾ। ਤੋ ਰਾਮਕਲੀ ਮਹੱਲਾ ਪਹਿਲਾ, ਪੰਨਾ 878 878 ਪੰਨੇ ਦੇ ਉੱਤੇ ਅਸੀਂ ਉਹ ਚੀਜ਼ ਚੱਕਣ ਲੱਗੇ ਹਾਂ, ਕਿਉਂਕਿ ਮਹਾਰਾਜ ਵੇਲੇ ਐਡਾ ਜੋਗੀਆਂ ਸਿੱਧਾਂ ਦਾ ਇਹਨਾਂ ਦਾ ਜ਼ੋਰ ਸੀ, ਇਸ ਟੋਲੇ ਦਾ ਸਾਰੇ ਹਿੰਦੁਸਤਾਨ ਦੇ ਗ੍ਰਿਸ਼ਤੀ, ਸਾਰਾ ਹਿੰਦੁਸਤਾਨ ਇਹਨਾਂ ਦੀ ਮੁੱਠੀ 'ਚ ਸੀ ਜੋਗੀਆਂ ਦੀ। ਔਰ ਇਹ ਜੋਗੀ ਸਿੱਧ ਦੇ ਜਿੰਨੇ ਵੀ ਟੋਲੇ ਸੀ ਔਰ ਜੰਗਲਾਂ 'ਚ ਪਾਉਂਦੇ ਫਿਰਦੇ, ਮਹਾਰਾਜ ਨਾਲ ਉਹਨਾਂ ਦਾ ਜਿਹੜਾ ਸਿੱਧ ਭੇਟਦੇ ਸੀ ਉਹ ਗੋਰਖ ਨੂੰ ਭੇਟਦੇ ਸੀ। ਗੋਰਖ ਨੇ ਮਾਇਆ ਮਛੰਦਰ ਨੂੰ ਭੇਟਿਆ। ਇਹ ਆਪਣੇ ਆਪਣੇ ਗੁਰੂ ਨੂੰ, ਉਸ ਨੂੰ ਆਪਣਾ ਮੰਨਦੇ ਹੈ ਵੀ ਉਹਨੂੰ ਭੇਟਣਾ ਅਸੀਂ, ਲੇਕਿਨ ਸਾਡੀ ਸਾਰੀ ਬਾਣੀ ਜਿਹਦੀ ਦੇਹ ਨਹੀਂ ਹੈ, ਅਸੀਂ ਉਸ ਵਜੂਦ ਨੂੰ ਭੇਟ ਰਹੇ ਹਾਂ। ਇਸ ਕਰਕੇ ਸੰਤ ਗੋਰਖ ਨੂੰ ਉਸੇ ਨੂੰ ਸਾਧ, ਉਸੇ ਨੂੰ ਭੇਟਣਾ, ਉਸੇ ਨੂੰ ਕਹਿੰਦੇ। ਔਰ ਉਹਦੇ ਸਨਮੁਖ ਜੀ, ਜੇ ਸਨਮੁਖ ਸਿੱਧ ਭੇਟਣਾ ਤੇ ਆਪਣੇ ਗੁਰੂ ਦੇ ਸਨਮੁਖ ਹੋ ਕੇ ਔਰ ਸਾਰਾ ਉਹਨੂੰ ਭੇਟਣਾ, ਇਹੋ ਹੀ ਹੈ। ਬਾਬੇ ਨਾਨਕ ਦਾ ਅਸੀਂ ਸ਼ਬਦ ਲੈਂਦੇ ਹਾਂ ਔਰ ਅਸੀਂ ਉਹ ਜਿਹੜੀ ਲਾਈਨ ਜਿਹੜੀ ਬੜੀ ਸਮਝ ਨਹੀਂ ਆ ਰਹੀ ਸਾਰੀ ਸੰਗਤ ਨੂੰ, ਮਹਾਰਾਜ ਆਪ ਪਾਪੀ ਬਣਦੇ ਹੈ ਔਰ ਨਿਰੇ ਪਾਪੀ ਨਹੀਂ ਵੀ ਮੇਰੇ ਪਾਪਾਂ ਨਾਲ ਮੇਰੀ ਬੇੜੀ ਭਰੀ ਪਈ ਹੈ ਔਰ ਮਾਇਆ ਦੀ ਹਵਾ ਕਿਤੇ ਆ ਕੇ ਮੇਰੀ ਬੇੜੀ ਡੁੱਬ ਨਾ ਜਾਵੇ। ਤੇ ਮੈਨੂੰ ਹੇ ਗੁਰ, ਉਹ ਜਿਹੜਾ ਉਹਨੂੰ ਗੁਰ ਜੋਤ ਸਰੂਪੀ ਮਿਲੇ, ਬਾਬਾ ਨਾਨਕ ਉਹਦੇ ਅੱਗੇ ਬੇਨਤੀ ਕਰਦਾ ਹੈ ਵੀ ਮੈਨੂੰ ਤੂੰ ਰੱਖ ਸਕਦਾ ਹੈ ਔਰ ਮੈਂ ਪਾਪਾਂ ਨਾਲ ਭਰਿਆ ਪਿਆ ਹੈ ਤੇ ਮੈਂ ਡੋਲ ਰਿਹਾ ਹਾਂ ਮੇਰੀ ਬੇੜੀ, ਤੇ ਕਿਤੇ ਮੈਂ ਪਵਨ ਜੇ ਹਵਾ ਮਾਇਆ ਨਾ ਪੈ ਜਾਏ ਇਹਨੂੰ ਤੇ ਮੈਂ ਡੁੱਬ ਨਾ ਜਾਵਾਂ। ਤੇ ਮੈਂ ਉਹ ਸਨਮੁਖ ਸਿੱਧ ਭੇਟਣਾ ਹੈ ਜਿਹੜਾ ਬਾਹਰ ਨਹੀਂ ਹੈ, ਗੋਰਖ ਵਾਂਗੂ ਮੇਰੇ ਅੰਦਰ ਹੈ। ਮੈਂ ਉਸ ਪਾਵਰ ਨੂੰ ਲਲਕਾਰਨਾ ਹੈ, ਮੈਂ ਉਸ ਪਾਵਰ ਦੇ ਸ਼ਰਨ ਜਾਣਾ ਹੈ ਅੰਦਰ, ਕਿਉਂਕਿ ਸਾਰਾ ਗਿਆਨ ਅੰਤਰਮੁਖੀ ਹੈ। ਰਾਮ ਜਪੋ ਅੰਤਰਗਤੇ ਧਿਆਨੇ, ਮਹੱਲਾ ਪਹਿਲਾ। ਘਰੇ ਰਹੋ ਰੇ ਮਨ ਮੁਗਧ ਇਆਨੇ, ਰਾਮ ਜਪੋ ਅੰਤਰਗਤੇ ਧਿਆਨੇ। ਲਾਲਚ ਛੋੜ ਰਚੋ ਅਪਰੰਪਰੇ, ਇਉਂ ਪਾਵੋ ਮੁਕਤ ਦੁਆਰਾ ਹੈ। ਇਸ ਕਰਕੇ ਅਸੀਂ ਅੰਤਰਗਤੇ ਧਿਆਨ ਰੱਖ ਕੇ ਸਭ ਚੀਜ਼ ਅੰਦਰ ਪਾਉਣੀ ਆ ਅਸੀਂ, ਬਾਹਰ ਕੁਛ ਨਹੀਂ। ਬਾਹਰ ਟੋਲੇ ਸੋ ਭਰਮ ਭੁਲਾਏ। ਇਸ ਕਰਕੇ ਸਭ ਕੁਛ ਘਰ ਮੈਂ, ਘਰ ਜਿੱਥੇ ਆ ਜਾਏ ਉਹ ਹੈ ਸਾਡਾ ਜਿਸਮ, ਬੌਡੀ। ਇਸ ਕਰਕੇ ਅਭਿਆਸੀ ਦੀ ਬੌਡੀ ਅੰਦਰ ਸਭ ਕੁਛ ਹੋਣਾ ਹੈ। ਤੋ ਮਹਾਰਾਜ ਨੇ ਆਹ ਸ਼ਬਦ ਕੀਤਾ ਵੀ ਮੈਂ ਉਹ ਬਾਹਰਲਾ ਸਿੱਧ ਨਹੀਂ ਭੇਟਣਾ ਜਿਹੜਾ ਦੇਹ 'ਚ ਹੈ ਜਾਂ ਸੰਤ, ਮੈਂ ਅੰਦਰ ਸਿੱਧ ਉਹ ਭੇਟਣਾ ਹੈ। ਅਸੀਂ ਸਿੱਧ ਦੱਸ ਦਈਏ ਸਦਾ ਹੀ ਵੀ ਜੋਗੀਆਂ ਦੇ ਵਿੱਚ ਜਿਨ੍ਹਾਂ 'ਚ ਬੜੀ ਰੀਧੀ ਸਿੱਧੀ ਆ ਜਾਂਦੀ ਸੀ ਉਹਨੂੰ ਸਿੱਧ ਮੰਨਦੇ ਸੀ। ਤਦੇ ਪਿੰਡਾਂ ਹੀ ਥਾਈਂ ਕਹਾਵਤ ਆ, ਘਰ ਦਾ ਜੋਗੀ ਜੋਗੜਾ ਤੇ ਬਾਹਰ ਦਾ ਜੋਗੀ ਸਿੱਧ। ਘਰ ਭਾਵੇਂ ਜਿੰਨਾ ਮਰਜ਼ੀ ਨਾਮ ਜਪਣ ਵਾਲਾ ਹੋਏ, ਉਹਦੀ ਕੋਈ ਪਰਵਾਹ ਨਹੀਂ ਕਰਦਾ, ਬਾਹਰ ਬਾਬਿਆਂ ਕੋਲ ਦੌੜੇ ਫਿਰਦੇ ਹੈ। ਇਸ ਕਰਕੇ ਜਿਹੜੀ ਸਿੱਧ ਹੈ ਉਹ ਘਰ ਦਾ ਜੋਗੀ ਜੋਗੜਾ, ਉਹ ਆਮ ਉਹਦੀ ਕਦਰ ਨਹੀਂ ਹੁੰਦੀ। ਉਹ ਬਾਹਰ ਦਾ ਜੋਗੀ ਸਿੱਧ ਵੀ ਬਾਹਰ ਜਿਹਦੇ ਉੱਥੋਂ ਅਸੀਂ ਛੇਤੀ ਨਾ ਖਰੇ ਕੋਈ ਚੀਜ਼ ਭਰ ਲੈਣੀ। ਜਦੋਂ ਮੂੰਹ ਭੱਜਦਾ ਫਿਰ ਮੁੜਦੇ ਆ ਸਾਰੇ। ਇਸ ਕਰਕੇ ਜਿਹੜਾ ਘਰ ਦਾ ਜੋਗੀ ਹੈ ਉਹ ਹੈ ਸਾਡਾ ਅੰਦਰਲਾ ਸਿੱਧ, ਜਿਹੜੇ ਸਾਡੇ ਅੰਦਰ ਪ੍ਰਗਟ ਰਹਿਣਾ। ਤੇ ਮਹਾਰਾਜ ਆਪਣੀ ਅਵਸਥਾ ਦੱਸਦੇ ਵੀ ਹੇ ਉਹ ਅੰਦਰਲੇ ਮੇਰੇ ਸਿੱਧਾ, ਤੇ ਉਹ ਮੈਂ ਤੇਰੇ ਅੱਗੇ ਬੇਨਤੀ ਕਰਦਾ ਵੀ ਮੈਂ ਕੀ ਹੈ। ਹਮ ਡੋਲਤ ਬੇੜੀ, ਹਮ ਡੋਲਤ ਬੇੜੀ, ਹਮ ਡੋਲਤ ਬੇੜੀ, ਹਮ ਡੋਲਤ ਬੇੜੀ। ਅਰੇ ਹੁਣੇ ਬਾਣੀ ਸਤਿਗੁਰੂ ਬਣ ਕੇ ਲਿਖੀ ਹੈ। ਮਹੱਲੇ ਪਹਿਲੇ ਦਾ ਸ਼ਬਦ ਹੈ, ਉਹ ਸਤਿਗੁਰੂ ਬਣ ਕੇ ਬਾਣੀ ਲਿਖ ਸਕਦਾ, ਗੁਰ ਬਣ ਕੇ। ਇਸ ਕਰਕੇ ਸਾਨੂੰ ਸਿੱਖਾਂ ਨੂੰ ਸ਼ਬਦਾਂ 'ਚ ਚੀਜ਼ ਲੱਭੇਗੀ। ਬਾਣੀ ਬਹੁਤ ਗਰੀਬੀ 'ਚ ਲਿਖੀ ਹੈ ਔਰ ਉਸ ਨੂੰ ਸਤਿਗੁਰੂ ਜਿਹੜਾ ਅੰਦਰ ਪ੍ਰਗਟ ਹੋਣਾ ਹੈ ਉਹਦੇ ਅੱਗੇ ਬੇਨਤੀ ਕਰ ਰਿਹਾ ਸ਼ਬਦ, ਹਮ ਡੋਲਤ ਬੇ, ਹਮ ਡੋਲਤ ਬੇ। ਡੋਲਤ ਕਿਉਂ ਲਿਖਿਆ ਹੈ? ਜਿਸ ਕਿਸੇ ਕੋਲੋਂ ਕਦੀ ਕੋਈ ਵੱਜਰ ਪਾਪ ਜਾਂ ਪਾਪ ਹੋ ਜਾਏ ਨਾ ਭਾਈ ਸਾਹਿਬ ਜੀ, ਉਹਦਾ ਮਨ ਸਾਰੀ ਉਮਰ ਖੜਾ ਨਹੀਂ ਹੁੰਦਾ, ਅੱਧ ਦੁਖੀ ਹੁੰਦਾ। ਉਹ ਜਿਹੜੀ ਪਾਪਾਂ ਦੀ ਭਰੀ ਬੇੜੀ ਹੋਵੇ ਉਹਦਾ ਮਨ ਕਦੀ ਖੜਾ ਨਹੀਂ ਹੋ ਸਕਦਾ। ਹੁਣ ਖੜਾ ਹੋਣ ਦਾ ਮਹਾਰਾਜ ਦੋਹਾਂ ਲਾਈਨਾਂ 'ਚ ਇਲਾਜ ਦੱਸਣਗੇ। ਗੁਰਸਿੱਖਾ, ਜੇ ਮਨ ਖੜਾ ਕਰਨਾ, ਆਪਣਾ ਪਾਪ ਜਿੰਨੇ ਮਰਜ਼ੀ ਕੀਤੇ ਹੈ
तेरा मन ऐदां खड़ा हो सकदा। हम डोलत बे, हम डोलत बे, पाप भरी है। हम डोलत बे, हम डोलत बे, पाप भारी है। पावन लग गए मत जाई। शब्द हत्थां च आ खुल गया सारा। मत दे तत्ते नूं औंकड़ हमारथा मत मते होएगी, सियारी होएगी। ਇੱਥੇ ਮਤ ਦੇ ਤੱਤੇ ਨੂੰ ਔਂਕੜ ਦੇ ਕੇ ਦੱਸ ਗਏ ਵੀ ਇੱਥੇ ਮਤ ਦਾ ਮਤਲਬ ਹੈ ਡੂ ਨਾਟ। ਕਿਤੇ ਮਤ ਦਾ ਮਤਲਬ ਹੈ ਮਤ ਲੈਣੀ, ਕਿਤੇ ਹੈ ਇਹ ਮਤ ਨਹੀਂ ਲੈਣੀ। ਜਿਹੜਾ ਕੰਮ ਹੈ ਇਹ ਕੰਮ ਮਤ ਕਰ। ਆਮ ਸਾਡੇ ਸਕੂਲਾਂ ਦੇ ਵਿੱਚ ਪਿੰਡੀ ਸਾਈਂ ਪੜ੍ਹਾਉਂਦੇ ਹੁੰਦੇ, ਆਂਖ ਮੇਂ ਸੁਰਮਾ दांत में मंजन, नित कर नित कर नित कर, नाक में उंगली कान में तिनका, मत कर मत कर मत कर। ਉਹ ਜਿਹੜਾ ਮਤ ਹੈ ਉਹ ਮੱਤੇ ਨਾਲ ਤਾਂ ਸਿਆਰੀਆਂ ਔਰ ਇਹਨਾਂ ਔਂਕੜਾਂ ਦੀ ਬਰਕਤ ਨਾਲ। ਮਹਾਰਾਜ ਕਹਿੰਦਾ ਕਿਤੇ ਹਵਾ ਲੱਗਣ ਨਾ ਮੇਰੀ ਬੋੜੀ ਡੁੱਬ ਨਾ ਜਾਏ, ਮਤ ਜਾਈ ਕਿਤੇ ਕਿ ਮੇਰੀ ਡੁੱਬ ਨਾ ਜਾਏ। ਮੱਤੇ ਨਹੀਂ ਇੱਥੇ ਲਿਖੇ, ਔਂਕੜ ਲਿਖ ਗਏ। ਆ ਅਸੀਂ ਵਿਡਿਆਈਆਂ ਦੱਸ ਰਹੇ ਹਾਂ ਵੀ ਸਿਆਰੀਆਂ ਔਰ ਔਂਕੜ ਹਜ਼ਾਰਾਂ ਦੀ ਗਿਣਤੀ 'ਚ ਨਵੀਂ ਬੀੜਿਆਂ 'ਚ ਗਾਇਬ ਆ। ਔਰ ਸ਼ੁਕਰ ਕਰੋ ਮਹੱਲੇ ਪਹਿਲੇ ਦੀ ਬਾਣੀ 'ਚ ਬਚ ਗਏ ਆ। ਕਿਉਂ? ਪੋਥੀਆਂ ਨਕਲ ਕਰਦੇ ਸੀ। ਪਹਿਲੀ ਬਾਣੀ ਬਾਬੇ ਨਾਨਕ ਦੀ ਐਡੀ ਲੰਮੀ ਆ, ਉਹਦੀ ਪੋਥੀ ਨਕਲ ਕਰਦੇ ਠੀਕ, ਫਿਰ ਐਡੇ ਅੱਕ ਜਾਂਦੇ ਸਾਰੇ, ਫਿਰ ਗਾਂ ਫਾਹ ਵੱਢਦੇ ਜਾਂਦੇ। ਬਾਕੀਆਂ 'ਚ ਨਹੀਂ ਮਿਲਣਗੀਆਂ। ਮੈਂ ਸੱਚ ਤੁਹਾਨੂੰ ਦੱਸਦਾ, ਅਸੀਂ ਹੈਰਾਨ ਆ ਖੋਜ ਕਰਕੇ ਮਹੱਲੇ ਪਹਿਲੇ ਦੇ ਔਰ ਜਪ ਦੇ ਸਾਰੇ ਸਭ ਕੁਛ ਬਚੇ ਆ। ਕਿਉਂਕਿ ਉਹਦਾ ਘੋਟਾ ਲਾਉਣਾ ਹੁੰਦਾ ਸੀ ਸਿੱਖਾਂ ਨੇ ਸਾਰਾ, ਉਹ ਸ਼ੁੱਧ ਲਿਖਦੇ ਸੀ ਡਰ ਸਾਰਾ। ਔਰ ਸ਼ੁਕਰ ਕਰੋ ਸਭ ਕੁਝ ਬੱਚੇ ਆ, ਪੁਰਾਣੀਆਂ ਪੀੜ੍ਹੀਆਂ ਸਭ ਮਿਲਦੀ। ਇਸ ਕਰਕੇ ਮਤ ਹੈ ਡੂ ਨਾਟ। ਇਸ ਕਰਕੇ ਮੱਤੇ ਨਹੀਂ ਇੱਥੇ ਕਹਿਣਾ ਵੀ ਮੇਰੀ ਬੇੜੀ ਕਿਤੇ ਡੁੱਬ ਨਾ ਜਾਏ। ਪਾਵਨ ਲੱਗੇ ਮਤ ਜਾਈ, ਹੇ ਪਾਵਨ ਲੱਗੇ ਮਤ ਜਾਈ। ਇਹ ਮੁਹਾਵਰਾ ਪਿੰਡੀ ਸਾਈਂ, ਮਤ ਕਿਤੇ ਆਹ ਚੀਜ਼ ਹੋ ਜਾਏ। ਮਤਾਂ ਕਿਤੇ ਕਈਆਂ ਦਾ ਸੁਭਾਅ ਹੀ ਬਣ ਜਾਂਦਾ, ਮਤਾਂ ਕਹਿ ਦਿੰਦੇ ਹਰ ਲਫ਼ਜ਼। ਮਤਾਂ ਕਿਤੇ ਆਹ ਮਤਾਂ, ਉਹ ਮਤ ਕਿਤੇ ਆਹ ਚੀਜ਼ ਹੈ ਮੇਰੀ ਕਿਤੇ ਡੁੱਬ ਜਾਏ ਬੇੜੀ। ਹਮ ਡੋਲਤ ਬੇ, ਹਮ ਡੋਲਤ ਬੇੜੀ, ਪਾਪ ਭਰੀ ਹੈ। ਪਾਵਨ ਲਗਾਏ ਮਤ ਜਾਈ। ਪਵਨ ਨਹੀਂ ਕਹਿਣਾ, ਪਵਨ ਸਾਡਾ ਲਫ਼ਜ਼ ਨਹੀਂ ਹੈ। ਸਾਡਾ ਲਫ਼ਜ਼ ਹੈ ਪਵਨ। ਨਾ ਜਿਹੜਾ ਹਿੰਦੀ 'ਚ ਹੈ ਹੀ ਨਹੀਂ ਹੈ। ਸੰਸਕ੍ਰਿਤ ਕਿਸੇ ਬੋਲੀ 'ਚ ਆਹ ਲਫ਼ਜ਼ ਨਹੀਂ ਹੈ। ਪਾਣੀ ਨਹੀਂ ਕਹਿ ਸਕਣਗੇ, ਉਹ ਪਾਣੀ ਕਹਿਣਗੇ। ਇਸ ਕਰਕੇ ਐਸਾ ਬ੍ਰਹਮ ਗਿਆਨ ਹੈ। ਪਵਨ ਹੈ, ਨਾਣੇ ਨੂੰ ਔਂਕੜ ਹੈ, ਪਵਨ ਵੀ ਲਿਖਿਆ, ਪਰ ਪਵਨ ਅਸਲ ਪੰਜਾਬ ਦਾ ਲਫ਼ਜ਼ ਹੈ। ਪਾਵਨ ਲੱਗੇ ਮਤ ਜਾਈ। ਆ ਬਿਹਾਰ ਦੇ ਲੋਕ ਜਾਂ ਉੱਧਰ ਦੇ ਪੂਰਬੀਆਂ ਨੂੰ ਲੱਖ ਜ਼ੋਰ ਲਾ ਲਓ ਵੀ ਤੁਸੀਂ ਕਣਕ ਕਹਿ ਲਓ, ਕਣਕ ਹੀ ਕਹਿਣਗੇ। ਇੱਥੇ ਪਾਵਨ ਹੈ, ਪਾਵਨ ਲੱਗੇ ਮਤ ਜਾਈ, ਹੇ ਪਾਵਨ ਲੱਗੇ ਮਤ ਜਾਈ। ਸਨਮੁਖ ਸਿੱਧ ਮੈਂ ਕਿੱਦਾਂ ਬਚਾਂਗਾ? ਮੇਰੇ ਅੰਦਰ ਹੈ ਇੱਕ ਸਨਮੁਖ ਸਿੱਧ ਗੋਰਖ। ਸਨਮੁਖ ਸਿੱਧ ਭੇਟਣ ਕੋ ਆਏ। ਕੋਈ ਸੰਤ ਬਾਹਰ ਦਾ ਜਾਂ ਮੈਂ ਨਹੀਂ ਕਿਸੇ ਨੂੰ ਭੇਟਦਾ। ਹੋਰ ਸਨਮੁਖ ਸਿੱਧ ਭੇਟਣ ਕੋ ਆਏ। ਉਹ ਮੈਨੂੰ ਨੇ ਏਡੀ ਵੱਡੀ ਵਡਿਆਈ ਦੇਤੀ, ਮੇਰਾ ਮਨ ਖੜਾ ਹੋ ਗਿਆ। ਨੇਚ ਹੋ ਗਿਆ ਮੇਰਾ ਮਨ। ਨੇਚ ਦੇ ਵਡਿਆਈ। ਆਹ ਸ਼ਬਦ ਆਮ ਸ਼ਬਦ ਨਹੀਂ ਆਏਗਾ। ਐਡਾ ਵੱਡੀ ਉੱਚ ਹੱਦੀ ਭੈਣ ਬੜਾ ਜ਼ੋਰ ਨਾਲ ਮਸਾਂ ਕਿਤੇ ਚੀਜ਼ਾਂ ਕਈ ਚੱਕਰ ਬਾਅਦ ਖੁੱਲਣਗੀਆਂ ਜੇ ਪਿਆਰ ਨਾਲ ਗਾ ਗਾ ਕੇ ਪੜ੍ਹੋਗੇ। ਕਹਿੰਦੇ ਆ ਨੇਚੋ, ਮੇਰਾ ਮਨ ਨੇਚਲ ਹੋ ਗਿਆ। ਸਭ ਤੋਂ ਵੱਡੀ ਵਡਿਆਈ ਅਭਿਆਸੀ ਨੂੰ ਕੀ ਮਿਲਦੀ ਹੈ? ਉਹਦਾ ਮਨ ਖੜਾ ਹੋ ਜਾਂਦਾ, ਉਹਨੂੰ ਸ਼ਾਂਤੀ ਆ ਜਾਂਦੀ। ਨੇਚ ਦੇ ਵਡਿਆਈ,
ਨੇਚੋਂ ਦੇਹ ਵਡਿਆਈ। ਆਪ ਗੁਰੂ ਨਹੀਂ ਬਣ ਰਹੇ ਬਾਬਾ ਨਾਨਕ, ਉਸ ਨੂੰ ਕਹਿ ਰਹੇ ਗੁਰ ਤਾਰੇ ਤਾਰਨ ਹਾਰਿਆ, ਗੁਰ ਤਾਰੇ ਤਾਰਨ ਹਾਰਿਆ। ਕੀ ਉਹ ਇਸ ਤਰ੍ਹਾਂ ਤਾਰ ਦੇਣਗੇ ਜਿੱਦਾਂ ਦੇ ਅੱਜ ਕੱਲ੍ਹ ਦੇ ਬਾਬਾ ਜੀ ਜਾਂ ਫਲਾਣ ਸਾਰੇ ਗੁਰ ਉਹ ਤਾਰ ਦਿੰਦੇ ਨੇ? ਨਹੀਂ, ਤਾਥੋਂ ਉਹ ਭਗਤੀ ਕਰਵਾਊਗਾ ਪਹਿਲਾਂ। ਤਰੋਗੇ ਤੇ ਭਗਤੀ ਦੀਆਂ ਮਿਹਨਤ ਕਰਕੇ ਤਰੋਗੇ। ਤਾਰਨਾ ਉਹਨੇ ਹੈ, ਪਰ ਉਹ ਕੀ ਕਰੇਗਾ? ਦੇਹ ਭਗਤੇ। ਦੋ ਸਪੈਲਿੰਗ ਹੋਣਗੇ ਭਗਤ ਦੇ। ਤੱਤੇ ਨੂੰ ਸਿਆਰੀ, ਉਹ ਭਗਤੀ ਹੈ। ਜੇ ਭਗਤ ਹੈ ਤੱਤਾ ਮੁਕਤਾ, ਉਹ ਭਗਤੀ ਕਰਨ ਵਾਲਾ ਹੈ। ਇਸ ਕਰਕੇ ਉਹ ਭਗਤੀ ਤੈਥੋਂ ਕਰਵਾਏਗਾ। ਦੇਹ ਭਗਤੇ, ਦੇਹ ਭਗਤੇ ਪੂਰਨ ਅਵਿਨਾਸੀ। ਕਿਸੇ ਦੇਵਤੀ ਦੇ ਭਗਤੀ ਨਹੀਂ ਕਰਾਏਗਾ, ਕਿਸੇ ਗੁਰੂ ਦੀ ਨਹੀਂ, ਪੂਰਨ ਅਵਿਨਾਸੀ ਅਕਾਲ ਪੁਰਖ ਦੀ। ਦੇਹ ਭਗਤੇ, ਦੇਹ ਭਗਤ, ਉਹ ਭਗਤੀ ਦਿੰਦਾ ਹੈ। ਦੇਹ ਭਗਤ ਹੈ ਪੂਰਨ ਅਵਿਨਾਸੀ। ਹਾਂ ਤੁਝ ਕਾ ਬਲਿਹਾਰਿਆ, ਹਾਂ ਤੁਝ ਕਾ ਬਲਿਹਾਰਿਆ। ਗੁਰੂ ਨਾਨਕ ਕਹਿੰਦਾ ਮੈਨੂੰ ਧੰਨ ਗੁਰੂ ਨਾਨਕ ਨਾ ਕਹੋ, ਮੈਨੂੰ ਤੇ ਬਲਿਹਾਰੀ ਨਾ ਜਾਓ। ਆ ਮੈਂ ਬਲਿਹਾਰ ਕਾਂ ਕਿਤੇ ਜਾ ਰਿਹਾ, ਉਹਦੇ ਤੇ ਜਾਓ। ਹਾਂ ਤੁਝ ਕਾ ਬਲਿਹਾਰਿਆ, ਹਾਂ ਤੁਝ ਕਾ ਬਲਿਹਾਰਿਆ। ਇੱਥੇ ਰਹਾਉ ਲਾਇਆ। ਹਾਂ ਤੁਝ ਕਾ ਬਲਿਹਾਰਿਆ, ਤੇ ਹਾਂ ਤੁਝ ਕਾ ਬਲਿਹਾਰਿਆ। ਕਹਿੰਦਾ ਸਭ ਤੋਂ ਵੱਡਾ ਸਿੱਧ, ਸਭ ਤੋਂ ਵੱਡਾ ਸਾਧਕ, ਇਹ ਮੁਸਲਮਾਨਾਂ ਦੇ ਸਾਧਕ ਪੀਰ ਮੁਰੀਦ ਹੁੰਦੇ ਸੀ। ਸਾਧਕ ਸਿੱਧ ਸਭ ਤੋਂ ਵੱਡਾ ਜੋਗੀ, ਔਰ ਜੰਗਮ ਇੱਕ ਇਹਨਾਂ ਦਾ ਫਿਰਕਾ ਜੋਗੀਆਂ ਦਾ। ਉਹ ਸਭ ਤੋਂ ਵੱਡਾ ਕੌਣ ਹੈ? ਏਕ ਸਿੱਧ ਜਿਨੀ ਧਿਆਇਆ। ਜਿਹੜੇ ਇੱਕ ਦੀ ਉਸ ਅਕਾਲ ਪੁਰਖ ਦੀ ਜਿਹਨਾਂ ਨੂੰ ਜਿਹੜੇ ਧਿਆਉਂਦੇ ਹੈ। ਬਾਕੀ ਇਹ ਸਾਰੇ ਗੋਰਖ ਨੂੰ ਬੰਦਿਆਂ ਨੂੰ ਸਾਰਿਆਂ ਨੂੰ ਆਹ ਕੱਟ ਲਈਏ ਸਾਰੇ ਜਿਸਮ ਦੇ ਵਿੱਚ ਗੁਰੂਆਂ ਨੂੰ ਪੂਜਣਾ। ਏਕ ਸਿੱਧ ਜਿਨੀ ਧਿਆਇਆ, ਏਕ ਸਿੱਧ ਜਿਨੀ ਧਿਆਇਆ। ਜੋਗੀਆਂ ਤੇ ਸੂਖਸ਼ਮ ਚੋਟਾਂ ਲਾਈਆਂ ਮਹਾਰਾਜ ਨੇ। ਸਿੱਧ ਸਾਧਕ ਜੋਗੀ ਅਰ ਜੰਗਮ, ਸਿੱਧ ਸਾਧਕ ਸਭ ਤੋਂ ਵੱਡਾ ਸਿੱਧ ਸਾਧਕ ਜੋਗੀ ਜੰਗਮ ਕੌਣ? ਏਕ ਸਿੱਧ ਜਿਨੀ ਧਿਆਇਆ, ਏਕ ਸਿੱਧ ਜਿਨੀ ਧਿਆਇਆ। ਉਹਦੇ ਪੈਰ ਪਰਸਣ ਲੱਗਾ ਹੁਣ ਉਹ ਸਿੱਧ ਦੇ, ਜਿਹੜੇ ਕਿ ਸ਼ਬਦ ਰੂਪੀ ਹੈ। ਪਰਸਤ ਪੈਰ, ਉਸ ਜਿਹੜਾ ਜੋੜਨ ਹਾਰਾ ਵਜੂਦ ਸੀ ਉਹ ਸਤਿਗੁਰੂ, ਉਹਦੇ ਮੈਂ ਪੈਰ ਪਰਸੇ ਤੇ ਮੈਨੂੰ ਤੇ ਸਵਾਮੀ ਮਿਲ ਗਿਆ। ਪਰ ਕਾਹਦੇ ਨੇ ਮਿਲਿਆ? ਅੱਖਰ ਜਿਨ ਕੋ ਆਇਆ। ਜਿਨ੍ਹਾਂ ਨੂੰ ਆ ਗੁਰਮੰਤਰ ਦਾ ਅੱਖਰ ਆ ਗਿਆ, ਪਰਮੇਸ਼ਰ ਦੇ ਨਾਮ ਦਾ ਅੱਖਰ। ਅੱਖਰ ਜਿਨ ਕੋ ਆਇਆ। ਕਿਉਂਕਿ ਜਿੰਨੇ ਸਿੱਧ ਜੋਗੀ ਸਾਰੇ ਖਰਨ ਵਾਲੇ ਆ, ਇਹ ਡਿੱਗ ਜਾਣ ਵਾਲੇ ਆ। ਉਹ ਜਿਹੜਾ ਇੱਕੋ ਹੀ ਅੱਖਰ ਹੈ ਉਹ ਖਰਦਾ ਨਹੀਂ ਆ। ਉਹ ਹੈ ਵੀ ਪਰਮੇਸ਼ਰ ਦਾ ਨਾਮ। ਅੱਖਰ ਜਿਨ ਕੋ ਆਇਆ ਹੈ, ਅੱਖਰ ਜਿਨ ਕੋ ਆਇਆ। ਕਿਹਨਾਂ ਨੂੰ ਆਏਗਾ ਉਹ? ਏਕ ਸਿੱਧ ਜਿਨੀ ਧਿਆਇਆ, ਏਕ ਸਿੱਧ ਜਿਨੀ ਧਿਆਇਆ। ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦ ਬੜੇ ਬੜੇ ਮੁਸਲਮਾਨ ਸ਼ਾਇਰ ਔਰ ਬੜੇ ਬੜੇ ਕਦਰਦਾਨ ਜੋ ਗੁਰੂ ਨਾਨਕ ਦੇ ਸੀ, ਇਹਨਾਂ ਨੂੰ ਭਰਮਾਂ ਨੂੰ ਰਿਲੇਟਿਵ ਗਿਆਨ ਹੈ ਸਾਰਾ। ਅਸੀਂ ਤਾਂ ਸਮਝ ਸਕਾਂਗਾ ਵੀ ਉਸ ਵੇਲੇ ਕੀ ਹਾਲਤ ਸੀ ਸਾਰੇ ਹਿੰਦੁਸਤਾਨ 'ਚ, ਇਹਨਾਂ ਬ੍ਰਾਹਮਣਾਂ ਦੀ, ਇਹਨਾਂ ਭੇਖੀਆਂ ਦੀ। ਔਰ ਸੰਤ ਬਥੇਰੇ ਡਿੱਠੇ,
और सारी बाणी चाहुंदा भी हार के संत ना आखिए बान आरस के ठग। ਇਹ ਕਿਉਂ ਲਫ਼ਜ਼ ਆ ਰਹੇ ਨੇ? ਇਸ ਕਰਕੇ ਇੰਨੀ ਦੁਨੀਆ ਇਹਨਾਂ ਦੇ ਜੰਗਲ 'ਚ ਪਈ ਸੀ, ਹੁਣ ਮੁੜ ਕੇ ਉਹਨਾਂ ਭਰਮਾਂ 'ਚ ਫੇਰ ਪੈ ਗਈ ਹੈ ਸਿੱਖੀ। ਸ਼ਬਦ ਬਚਾਉਣਗੇ ਸਾਨੂੰ। ਇਸ ਕਰਕੇ ਉਸ ਵੇਲੇ ਕੀ ਸੀ ਹਾਲਤ? ਉਸ ਵੇਲੇ ਇਕਬਾਲ ਸ਼ਾਇਰ ਲਿਖਦਾ, ਫਿਰ ਆਵਾਜ਼ ਉਠੀ ਤੌਹੀਦ ਕੀ ਪੰਜਾਬ ਸੇ। ਤੌਹੀਦ ਕਹਿੰਦੇ ਹੈ ਬੰਦਗੀ ਦੀ ਆਵਾਜ਼। ਇੱਕ ਐਸਾ ਮਰਦ ਕਾਮਲ ਉੱਠਿਆ ਫਿਰ ਪੰਜਾਬ 'ਚੋਂ ਜਿਹਨੇ ਭਰਮ ਕੱਟੇ, ਔਰ ਆਵਾਜ਼ ਹੁਣ ਮੁੜ ਕੇ ਕੌਮ ਫਿਰ ਸੌਂ ਗਈ ਉਹਨਾਂ ਭਰਮਾਂ 'ਚ। आवाज उठी तौहीद की, फिर आवाज उठी तौहीद की पंजाब से। एक मर्द कामल ने जगाया ख्वाब से। सुती कौम नूं मुड़ के कि लाना जोगियां दे बस सारिਆਂ ਨੂੰ ਪੁੱਛੀ ਸੀ, ਉਹਨਾਂ ਨੂੰ किधर लाया? एक सिद्ध जिनी त्याया, एक सिद्ध जिनी त्याया। ਇਹੋ ਜਿਹੇ ਸ਼ਬਦ ਵਾਏ ਮਹਾਰਾਜ ਨੇ, ਫਿਰ ਉਹ ਦੁਨੀਆ ਕਾਨਿਆਂ ਤੇ ਗਾਉਂਦੀ ਫਿਰਦੀ ਸੀ। ਮਹਾਰਾਜ ਦੇ ਐਸੇ ਸ਼ਬਦ, ਐਸਾ ਗਿਆਨ ਪੰਜਾਬ 'ਚ ਫੈਲਿਆ, ਔਰ ਠੇਠ ਪੰਜਾਬੀ ਬੋਲੀ ਮਾਂ ਬੋਲੀ ਸਾਡੀ ਲਿਪੀ 'ਚ ਦਿੱਤਾ। ਕਿਉਂਕਿ ਆਮ ਸੰਸਕ੍ਰਿਤ ਕੋਈ ਸਮਝ ਨਹੀਂ ਸਕਦਾ ਸਾਰਾ। ਮਹਾਰਾਜ ਦਾ ਕਿੱਡਾ ਪਰਉਪਕਾਰ ਆ, ਐਡਾ ਵੱਡਾ ਗਿਆਨ ਸਾਨੂੰ ਪੰਜਾਬੀ ਗੁਰਮੁਖੀ ਕਿਹੜੇ ਸੰਸਕ੍ਰਿਤ ਪੜ੍ਹਦਾ ਫਿਰ ਉਹਨਾਂ ਦੇ ਸਲੋਕ ਸਾਰੇ, ਔਰ ਉਹਨਾਂ ਦੀ ਵੰਨਗੀ ਵੀ ਦੇਤੀ ਸਹਿ ਸਿਕਰਤੀ ਸਲੋਕਾਂ 'ਚ। ਲਓ ਭਾਈ ਜਰਾ ਸੰਸਕ੍ਰਿਤ ਨੂੰ ਵੀ ਮੂੰਹ ਮਾਰ ਲਓ, ਉਹ ਵੀ ਬੜਾ ਗਿਆਨ ਆ, ਲੇਕਿਨ ਸਾਰਾ ਗਿਆਨ ਸਿੱਧਾ ਜਿਹਾ ਹੈ। ਹਮ ਡੋਲਤ ਹਮ ਡੋਲਤ ਇਹ ਪਾਪ ਭਰੀ ਹੈ, ਇਹ ਪਾਵਨ ਲੱਗੇ ਮਥੇ ਜਾਈ। ਇਹ ਸਨਮੁਖ ਸਿੱਧ ਭੇਟਣ ਕੋ ਆਏ, ਚਾਹੁੰਦੇ ਵਡਿਆਈ। ਗੁਰ ਤਾਰੇ ਤਾਰਨ ਹਾਰਿਆ, ਆਧੇ ਭਗਤੇ ਪੂਰਨ ਅਬਨਾਸੀ। ਹਾਂ ਤੁਝ ਕੋ ਬਲਿਹਾ ਰਹਾਓ, ਸਿੱਧ ਸਾਧਕ ਜੋਗੀ ਔਰ ਜੰਗਮ। सिद्ध साधिक जोगी और जन्म, एक सिद्ध जिनी त्याया, एक सिद्ध जिनी त्याया। परसत पै सिज्जत पे स्वामी, परसत पैर सिज्जत स्वामी। आखार जिनको आया। गुरु नानक ਨੂੰ ਗੁਰਮੰਤਰ ਅੱਖਰ ਆ ਗਿਆ। ਫਿਰ ਚਾਰੇ ਅੱਖਰ ਜਿਹੜੇ ਪਹਿਲਾਂ ਵੇਦਾਂ ਸ਼ਾਸਤਰਾਂ 'ਚ ਨਹੀਂ ਸੀ, ਵਾਹਿਗੁਰੂ ਮੰਤਰ। ਕਹਿੰਦੇ ਬਸ ਆ ਮੈਂ ਬਾਕੀ ਕੰਮਾਂ ਨੂੰ ਝਾੜੂ ਮਾਰਦਾ। ਹੁਣ ਮੈਂ ਜੋ ਦੁਨੀਆ ਕਰ ਰਹੀ ਹੈ ਜੁੱਗਾਂ ਤੂੰ, ਮੈਂ ਇਹਨੂੰ ਕੱਟਣਾ। ਹੁਣ ਉਹਨਾਂ ਨੇ ਫਿਰ ਕੱਟਿਆ ਅਖੀਰਲੀ 'ਚ ਜਪ ਤਪ ਕਰਮ ਨਾ ਜਾਨਾ, ਨਾਮ ਜਪੀ ਪ੍ਰਭ ਤੇਰਾ। ਤੇ ਜਪ ਤਪ ਸੰਜਮ ਕਰਮ ਨਾ ਜਾਨਾ, ਨਾਮ ਜਪੀ ਪ੍ਰਭ ਤੇਰਾ। ਆ ਗਿਆ ਗੁਰੂ ਨਾਨਕ ਦਾ ਗੁਰੂ, ਉਹ ਸਾਰੀ ਸਿੱਖੀ ਦਾ ਗੁਰੂ, ਉਸੇ ਇਸ ਗਿਆਨ ਦਾ ਗੁਰੂ। ਉਹ ਕੀ ਹੈ? ਗੁਰ ਪਰਮੇਸ਼ ਨਾਨਕ ਭੇਟ। ਉनको ਬਾਹਰਲਾ ਆਦਮੀ ਭੇਟ ਸਕਦੇ, ਕਿਸੇ ਸੰਤ ਸਾਧੂ ਨੂੰ ਭੇਟ ਸਕਦੇ। ਮਹਾਰਾਜ ਕਹਿੰਦੇ ਗੁਰ ਪਰਮੇਸ਼ ਨਾਨਕ ਭੇਟ, ਉਹ ਸਾਚੈ ਸਭ ਦੇ ਨਬੇਰਾ। ਇਹ ਕਬੀਰ ਜੀ ਜਿਹਨੂੰ ਸਭ ਤੋਂ ਮਹੱਲਿਆਂ ਤੋਂ ਬਾਅਦ ਕਬੀਰ ਜੀ ਉਹਦੀ ਬਾਣੀ ਆਏਗੀ। ਕਬੀਰ ਜੀ ਕਹਿ ਰਹੇ ਨੇ ਸਾਚੇ ਸਭ ਦੇ ਨਵੇਰਾ, ਸਾਚੇ ਸਭ ਦੇ ਨਵੇਰਾ। ਵਾਹ ਵਾਹ। ਸਾਚੇ ਸਭ ਦੇ ਨਵੇਰਾ, ਸਾਚੇ ਸਭ ਦੇ ਨਵੇਰਾ। ਐਡਾ ਮਹਾਂਪੁਰਖ, ਐਡਾ ਵੱਡਾ ਭਗਤ ਜਿਹੜਾ ਕਿ ਪਤਾ ਨਹੀਂ ਬਾਣੀ ਦੱਸਦੀ ਹੈ ਵੀ ਉਹ ਬਨਾਰਸ ਦਾ ਰਹਿਣ ਵਾਲਾ, ਉਹਨੂੰ ਧੁਦਾ ਸਾਰੇ ਗੁਰਮੁਖੀ ਦੇ ਅੱਖਰ ਕਿਥੋਂ ਆ ਗਏ। ਆਹੋ ਚੀਜ਼ ਗਾਂ
ਸਾਰੀ ਦੁਨੀਆ ਫੜੇਗੀ ਵੀ ਉਹ ਮਰਦੇ ਨਹੀਂ ਹੈ। ਜਿਹੜੇ ਕਬੀਰ ਜਾਂ ਇਹੋ ਜਿਹੇ ਭਗਤ ਹੁੰਦੇ ਆ ਕਰਮਖੰਡ ਚਲੇ ਜਾਂਦੇ ਆ, ਭਗਤੀ ਨੂੰ ਕਦੀ ਨਹੀਂ ਮਰਦੇ। ਜਦੋਂ ਜੀ ਕੱਢਦਾ ਉਹਨਾਂ ਦਾ ਆਣ ਕੇ ਬਾਣੀ ਉਚਾਰ ਸਕਦੇ ਆ। 35 ਅੱਖਰੀ ਵਿਗਾੜਿਓ ਤੇ 1 ਮਿੰਟ 'ਚ ਸਭ ਕੁਝ ਸਿੱਖ ਸਕਦੇ। ਮੁਕਤ ਰੂਹਾਂ ਹੁੰਦੀਆਂ ਉਹ ਸਾਰੀਆਂ। ਉਹਨਾਂ ਨੇ ਫਿਰ ਪੰਜਾਬੀ ਲਿਪੀ ਦੇ ਵਿੱਚ ਆ ਗੁਰਮੁਖੀ ਲਿਪੀ 'ਚ ਜਿਹੜੇ ਸ਼ਬਦ ਪਹਿਲਾਂ ਬਨਾਰਸ 'ਚ ਆਣੀ ਕਿਸੇ ਦੁਨੀਆ ਦੇ ਹਿੱਸੇ 'ਚ ਕਬੀਰ ਦੀ ਉਹ ਬਾਣੀ ਹੈ ਨਹੀਂ ਜੋ ਸਾਡੇ ਗੁਰੂ ਗ੍ਰੰਥ ਸਾਹਿਬ 'ਚ ਹੈ। ਇਸ ਕਰਕੇ ਇਹਦੀ ਵਡਿਆਈ ਹੈ। ਔਰ ਮਹਾਰਾਜ ਕਹਿੰਦੇ ਉਹੋ ਹੀ ਗੁਰੂ ਨਾਨਕ ਦਾ ਜੋ ਤੋਰਾ ਵੀ ਸਾਚੇ ਸਭ ਦੇ ਨਵੇਰਾ, ਸਾਚੇ ਸਭ ਦੇ ਨਵੇਰਾ, ਸਾਚਾ ਸਭ ਦੇ ਨਵੇਰਾ, ਸਾਚੇ ਸਭ ਦੇ ਨਵੇਰਾ। ਮਹਾਰਾਜ ਨਾ ਜਿੱਦਾਂ ਗੁਰੂ ਨਾਨਕ ਨੇ ਅਰਧ ਉਰਦ ਦਾ ਅਭਿਆਸ ਦੱਸਿਆ, ਇਸ ਤਰ੍ਹਾਂ ਕਬੀਰ ਸਾਹਿਬ ਨੇ ਵੀ ਅਰਧ ਉਰਦ ਤੇ ਚੋਟ ਮਾਰੀ। ਅਰਧੇ ਉਰਦ ਨਵੇਰਾ, ਅਰਧੇ ਉਰਦ ਨਵੇਰਾ, ਇਹ ਤੱਦਾ ਅਰਧੇ ਉਰਦ ਨਵੇਰਾ, ਤੱਦਾ ਅਰਧੇ ਉਰਦ ਨਵੇਰਾ, ਅਰਧੇ ਉਰਦੇ ਮੰਜੇ ਬਸੇਰਾ, ਅਰਧੇ ਉਰਦੇ ਮੰਜੇ ਬਸੇਰਾ, ਅਰਧ ਛਾੜ ਜਾ ਉਰਦ ਕੋ ਆਓ, ਅਰਧ ਛਾੜ ਜਾ ਉਰਦ ਕੋ ਆਓ, ਅਰਧੇ ਉਰਦੇ ਮਿਲਿਆ ਸੁਖ ਪਾਓ ਪਾਓ, ਅਰਧੇ ਉਰਦੇ ਮਿਲਿਆ ਓ ਅਰਧੇ ਉਰਦ ਨਵੇਰਾ, ਅਰਧੇ ਉਰਦ ਨਵੇਰਾ, ਇਹ ਸਾਚਾ ਸਭ ਦੇ ਨਵੇਰਾ, ਸਾਚੇ ਸਭ ਦੇ ਨਵੇਰਾ, ਇਹ ਨਾਮ ਜਪੀ ਪ੍ਰਭ ਤੇਰਾ, ਨਾਮ ਜਪੀ ਪ੍ਰਭ ਤੇਰਾ, ਇਹ ਵਾਹਿਗੁਰੂ 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 ਵਾਹਿਗੁਰੂ, ਇਹ ਨਾਮ ਜਪੀ ਪ੍ਰਭ ਤੇਰਾ, ਨਾਮ ਜਪੀ ਪ੍ਰਭ ਤੇਰਾ, ਇਹ ਨਾਮ ਜਪੀ ਪ੍ਰਭ ਤੇਰਾ, ਨਾਮ ਜਪੀ ਪ੍ਰਭ ਤੇਰਾ, ਇਹ ਸਾਚਾ ਸਭ ਦੇ ਨਵੇਰਾ, ਸਾਚਾ ਸਭ ਦੇ ਨਵੇਰਾ, ਸਾਚਾ ਸਭ ਦੇ ਨਵੇਰਾ, ਸਾਚੇ ਸਭ ਦੇ ਨਵੇਰਾ। ਸਿੱਖ